श्लोक काम क्रोध अर लोभ मोह बिनस जाए अहमेव। नानक प्रभु शरणागति कर प्रसाद गुरुदेव। काम क्रोध लोभ झूठ निंदा इन ते आप छुड़ावो। एह भीतर ते इनको डारहो आपन निकट बुलावहो। सगल द्वार को छाड़ के गहे तुहारो द्वार। बाहें गहे की लाज अस गोविंद दास तुहार। बाहें गहे की लाज अस गोविंद दास तुहार। सतनाम श्री वाहिगुरु साहिब जी। गौड़ी महला पहला। सतगुर मिले सुमरण दिखाए। मरण रहन रस अंतर पाए। गर्भ निवार गगन पुर पाए। सतगुर मेरा सुमरण दिखाए। वाहिगुरु जी का खालसा वाहिगुरु जी की फतेह। पतित पावन भगत वत्सल कृपा निधान जुग जुग अटल। चवर छत्र तखत दे मालक परम दयालु अनाथ नाथ कृपालु धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर गुरु तेग बहादुर साहिब महाराज जी दे महान पावन पवित्र तप अस्थान गुरुद्वारा श्री भोरा साहिब पातशाही नौवीं विखे अमृत वेले दे समय तो सजे हुए दीवाना दे अंदर सतगुरां दी पवित्र हजूरी दे अंदर हाजरियां भर के लाहा प्राप्त कर रहे गुरु प्यारी खालसा साध संगत जी। गुरु गरीबनवाज साडे ते बख्शिश कर रहे हैं, रहमत कर रहे हैं। सतगुरु जी लड़ीवार पवित्र उपदेश बख्श रहे ने। आओ सतगुरां दा पवित्र उपदेश महाराज दी सिक्ख्या गुरु साहिब दा जो सानू हुक्म हो रहा है सरवण करन दे लई एकाग्रता बख्शो। सारी संगत आखो सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। गौड़ी महला पहला। सतगुर मिले सुमरण दिखाए। धन धन श्री गुरु ग्रंथ साहिब महाराज जी दे परम पवित्र अंग 153 दे उत्ते अज दा पावन पवित्र उपदेश सुभाएमान है। धन धन सतगुरु नानक देव महाराज साहिब जी साडे ते किरपा कर रहे हैं। गौड़ी राग विच सानू उपदेश दे रहे ने। गुरु गरीब नवाज सतगुरु करतारपुर साहिब की धरती ते सुभाएमान ने। एवें जिवें आप बैठे इदां ही संगत बैठी है। सतगुरु साहिब जी उपदेश दे रहे हैं।
ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਸੰਗਤ ਨਿਹਾਲ ਹੋ ਰਹੀ ਹੈ। ਸਿੱਖ ਕਹਿਣ ਲੱਗੇ, ਪਾਤਸ਼ਾਹ ਜੀ, ਆਨੰਦ ਕਿਵੇਂ ਪ੍ਰਾਪਤ ਹੋਵੇ, ਕਿਵੇਂ ਜਿਉਂਦਿਆਂ ਹੀ ਆਨੰਦਿਤ ਹੋਈਏ, ਖੇੜੇ ਵਿੱਚ ਕਿਵੇਂ ਰਹੀਏ। ਤਾਂ ਪਾਤਸ਼ਾਹ ਨੇ ਉਸ ਵੇਲੇ ਪਰਮ ਪਵਿੱਤਰ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਆਨੰਦ ਦਾ ਰਾਹ ਦੱਸਦੇ ਨੇ ਵੀ ਆਨੰਦਿਤ ਕਿਵੇਂ ਹੋਵੋਗੇ, ਆਨੰਦ ਕਿਵੇਂ ਪ੍ਰਾਪਤ ਹੋਵੇਗਾ। ਆਨੰਦ ਦੀ ਦਾਤ ਮਹਾਰਾਜ ਸਾਹਿਬ ਜੀ ਬਖਸ਼ਦੇ ਹਨ। ਗੌੜੀ ਰਾਗ ਦਾ ਨਾਮ ਹੈ, ਤੀਸਰਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮਹੱਲਾ ਅਰਬੀ 'ਚ ਪਾਤਸ਼ਾਹ ਨੂੰ ਕਹਿੰਦੇ ਨੇ, ਸੰਸਕ੍ਰਿਤ ਸਰੂਪ ਨੂੰ ਕਹਿੰਦੇ ਨੇ। ਪਹਿਲੇ ਦਾ ਭਾਵ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਗਤ ਦੇ ਮਾਲਕ ਸਾਨੂੰ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰ ਮਿਲੈ ਸੁਮਰਨ ਦਿਖਾਏ। ਸਤਿਗੁਰ ਮਿਲੈ ਕਹਿੰਦੇ ਵੀ ਜੇ ਜੀਵ ਨੂੰ ਸਤਿਗੁਰੂ ਸਾਹਿਬ ਮਿਲ ਪੈਣ ਜਾਂ ਇਹ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆ ਜਾਵੇ, ਪੂਰਨ ਗੁਰੂ ਸਾਹਿਬ ਦਾ ਮਿਲਾਪ ਹੋ ਜਾਵੇ, ਤਾਂ ਮਹਾਰਾਜ ਜੀਵਨ ਮੁਕਤੀ ਦਾ ਜਿਹੜਾ ਆਨੰਦ ਬਖਸ਼ਣ ਦੇ ਲਈ ਇੱਕ ਦਾਤ ਬਖਸ਼ ਦਿੰਦੇ ਨੇ। ਉਹ ਕੀ ਹੈ? ਸੋ ਮਰਨ ਦਿਖਾਏ। ਇੱਕ ਤਾਂ ਹੁੰਦਾ ਮਰਨਾ, ਸ੍ਰੇਸ਼ਟ ਮਰਨਾ, ਵਕਾਰਾਂ ਵੱਲੋਂ ਮਰ ਜਾਣਾ, ਅਵਗਣ ਕਰਨ ਵੱਲੋਂ ਹਟ ਜਾਣਾ। ਇੱਥੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਮਰਨਾ ਕਿਹਾ ਹੈ। ਤੇ ਜਿਹਨੂੰ ਸਤਿਗੁਰੂ ਸਾਹਿਬ ਜੀ ਦਾ ਮਿਲਾਪ ਹੁੰਦਾ, ਜੋ ਗੁਰੂ ਦੀ ਸ਼ਰਨ ਵਿੱਚ ਸਿੱਖ ਮਿਲ ਪੈਂਦਾ, ਮਹਾਰਾਜ ਸਾਹਿਬ ਜੀ ਉਹਨੂੰ ਸ੍ਰੇਸ਼ਟ ਮਰਨਾ ਦਿਖਾ ਦਿੰਦੇ। ਭਾਵ ਸ੍ਰੇਸ਼ਟ ਮਰਨਾ ਜਿਹੜਾ ਹੈ ਉਹ ਪ੍ਰਾਪਤ ਕਰਾ ਦਿੰਦੇ ਹਨ। ਮਰਨ ਰਹਿਣ ਰਸ ਅੰਤਰ ਪਾਈ। ਮਰਨ ਰਹਿਣ ਰਸ ਅੰਤਰ ਪਾਏ। ਕਹਿੰਦੇ ਵੀ ਜਿਹੜਾ ਜੀਵਤ ਭਾਵ ਤੋਂ ਮਰ ਕੇ ਰਹਿਣਾ ਹੈ ਨਾ, ਇਹਦਾ ਜਿਹੜਾ ਰਸ ਆਉਂਦਾ ਨਾ, ਜਿਹੜਾ ਇਹਦਾ ਆਨੰਦ ਆਉਂਦਾ ਹੈ, ਇਸ ਦਾ ਆਨੰਦ ਜੀਵ ਦੇ ਅੰਤਰ ਕੀ ਹੈ? ਹਿਰਦੇ ਦੇ ਵਿੱਚ ਭਾ ਜਾਂਦਾ ਹੈ। ਫਿਰ ਭਾ ਜਾਵੇਗਾ ਰਸ ਜੇ ਗੁਰੂ ਦੀ ਕਿਰਪਾ ਹੋਈ। ਜਿਵੇਂ ਸਾਧ ਸੰਗਤ ਇੱਥੇ ਮਰਨ ਤੋਂ ਭਾਵ ਕੀ ਹੈ? ਵੀ ਸਿੱਧੀ ਹਾਸਲ ਕਰਨੀ। ਜਿਵੇਂ ਪਾਰੇ ਨੂੰ ਸਿੱਧ ਕੀਤਾ ਜਾਂਦਾ ਹੈ, ਪਰ ਆਮ ਬੋਲੀ 'ਚ ਕਹਿੰਦੇ ਵੀ ਪਾਰਾ ਮਾਰ ਲਿਆ, ਪਰ ਪਾਰੇ ਨੂੰ ਸਿੱਧ ਕਰ ਲਿਆ, ਹੁਣ ਉਹ ਕਈ ਰੋਗਾਂ ਦਾ ਦਾਰੂ ਬਣ ਗਿਆ। ਇਸੇ ਤਰ੍ਹਾਂ ਮਨ ਨੂੰ ਜਿਹੜਾ ਸਿੱਧ ਕਰਨਾ ਹੈ ਨਾ, ਇਸੇ ਨੂੰ ਮਨ ਨੂੰ ਮਾਰਨਾ ਕਹਿੰਦੇ ਨੇ। ਜਿਹੜਾ ਕਾਮ ਦਾ ਫੁਰਨਾ ਤਿਆਗ ਦੇਣਾ, ਕ੍ਰੋਧੀ ਸੁਭਾਅ ਛੱਡ ਦੇਣਾ, ਹੰਕਾਰ ਨਹੀਂ ਕਰਨਾ, ਲੋਭ ਨਹੀਂ ਕਰਨਾ, ਮੋਹ ਨਹੀਂ ਕਰਨਾ। ਤੇ ਫਿਰ ਹੋਰ ਵੀ ਜਿਹੜੇ ਕੋਈ ਔਗਣ ਹਨ, ਉਹਨਾਂ ਔਗਣਾਂ ਦਾ ਤਿਆਗ ਕਰ ਦੇਣਾ ਹੈ। ਜਿਹੜਾ ਹੋਰ ਵੀ ਕਿਸੇ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਵਾਲੀ ਬਿਰਤੀ, ਉਹਦਾ ਤਿਆਗ ਕਰਨਾ। ਲੜਾਈ ਝਗੜਿਆਂ ਵੱਲੋਂ ਤਿਆਗ ਕਰ ਦੇਣਾ। ਇਹ ਮਰਨਾ ਹੈ। ਪਾਤਸ਼ਾਹ ਕਹਿੰਦੇ ਇਹ ਸ੍ਰੇਸ਼ਟ ਮਰਨਾ ਹੈ। ਇਹ ਜਿਵੇਂ ਸਾਧ ਸੰਗਤ ਕੋਈ ਬੰਦਾ ਐਬ ਕਰਦਾ ਹੋਵੇ ਨਾ ਪਹਿਲਾਂ, ਤੇ ਉਹਦੇ ਸੰਗੀ ਸਾਥੀ ਜਿਹੜੇ ਹਨ ਬੜੇ ਖੁਸ਼ ਹੁੰਦੇ, ਰਲ ਮਿਲ ਕੇ ਐਬ ਕਰਦੇ, ਗਲਤ ਕੰਮ ਕਰਦੇ ਆ। ਜਿਵੇਂ ਸ਼ਰਾਬਾਂ ਹੀ ਪੀਂਦੇ ਨੇ ਰਲ ਮਿਲ ਕੇ ਬੈਠ ਕੇ, ਜਾਂ ਇਕੱਠੇ ਹੋ ਕੇ ਚੰਡਾਲ ਚੌਂਕੜੀ ਜਿਹੜੇ ਹਨ ਕਿਸੇ ਦਾ ਬੁਰਾ ਕਰਨ ਦੇ ਲਈ ਹਰ ਵੇਲੇ ਤਿਆਰ ਰਹਿੰਦੇ। ਉਹਨਾਂ 'ਚੋਂ ਜਦੋਂ ਕੋਈ ਇੱਕ ਬੰਦਾ ਉਹ ਹਟ ਜਾਵੇ ਨਾ ਉਹ ਕਰਮ ਕਰਨੋਂ, ਉਹ ਫਿਰ ਇਕੱਠੇ ਹੋ ਕੇ ਆਉਂਦੇ ਨੇ। ਕਹਿੰਦੇ ਵੀ ਚੱਲ ਫਿਰ ਅੱਜ ਕਰੀਏ ਆ ਕੰਮ। ਉਹ ਕਹਿੰਦੇ ਨਹੀਂ ਮੈਂ ਛੱਡਤਾ। ਉਹ ਕਹਿੰਦਾ ਪੱਕੀ ਗੱਲ, ਤੂੰ ਅੱਜ ਨਹੀਂ ਪੀਵੇਂਗਾ, ਅੱਜ ਗਲਾਸੀ ਨਹੀਂ ਲਏਂਗਾ ਸਾਡੇ ਨਾਲ, ਅੱਜ ਸਾਡੇ ਨਾਲ ਆ ਕੰਮ ਨਹੀਂ ਕਰੇਂਗਾ। ਉਹ ਕਹਿੰਦਾ ਨਹੀਂ ਮੈਂ ਨਹੀਂ ਕਰੂੰਗਾ। ਕਰਦਿਆਂ ਕਰਦਿਆਂ ਅਖੀਰ ਕਹਿੰਦੇ ਵੀ ਸਾਡੇ ਲਈ ਫਿਰ ਤੂੰ ਮਰ ਹੀ ਗਿਆ। ਕਹਿੰਦੇ ਸਾਡੇ ਲਈ ਮਰ ਗਿਆ ਤੂੰ। ਫਿਰ ਸਤਿਗੁਰੂ ਮਹਾਰਾਜ ਸਾਹਿਬ ਇਸੇ ਤਰ੍ਹਾਂ ਕਹਿੰਦੇ ਵੀ ਔਗਣਾਂ ਵਾਸਤੇ ਮਾਰੀ ਜਾਓ। ਮਾੜੇ ਕੰਮ ਸੋਚਣ ਵੀ ਸਾਡੇ ਲਈ ਤੇ ਮਰ ਗਿਆ, ਹੁਣ ਸਾਨੂੰ ਨਹੀਂ ਭੋਗਦਾ। ਨਿੰਦਾ ਸੋਚੇ ਵੀ ਸਾਡੇ ਲਈ ਮਰ ਗਿਆ, ਇਹ ਤਾਂ ਰੱਬ ਦੀ ਉਸਤਤ ਕਰਨ ਲੱਗ ਪਿਆ। ਹੰਕਾਰ ਸੋਚੇ ਵੀ ਸਾਡੇ ਲਈ ਮਰ ਗਿਆ, ਕਿਉਂ? ਇਹ ਹੁਣ ਤੇ ਨਿਮਰਤਾ 'ਚ ਆ ਗਿਆ ਹੈ। ਇਹ ਹੈ ਸ੍ਰੇਸ਼ਟ ਮਰਨਾ। ਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਸ੍ਰੇਸ਼ਟ ਮਰਨਾ ਹੈ, ਇਹ ਪੂਰਨ ਸਤਿਗੁਰੂ ਸਾਹਿਬ ਹੀ ਕਿਰਪਾ ਕਰਕੇ ਵਿਖਾਉਂਦੇ ਨੇ। ਸ੍ਰੇਸ਼ਟ ਮਰਨੇ ਦੀ ਦਾਤ ਸਤਿਗੁਰੂ ਬਖਸ਼ਦੇ ਨੇ। ਜਿਹਨੂੰ ਜੀਵਤ ਭਾਵ ਤੋਂ ਮਰ ਕੇ ਰਹਿਣ ਦਾ ਢੰਗ ਗੁਰਾਂ ਨੇ ਵਿਖਾਤਾ, ਪ੍ਰਾਪਤ ਕਰਾਤਾ। ਜਿਹਨੂੰ ਮਰ ਕੇ ਰਹਿਣਾ ਆ ਗਿਆ, ਭਾਵ ਜਿਹਨੂੰ ਵਿਸ਼ਿਆਂ ਵਿਕਾਰਾਂ ਔਗਣਾਂ ਦਾ ਤਿਆਗ ਕਰਕੇ ਰਹਿਣਾ ਆ ਗਿਆ, ਉਹਦੇ ਅੰਦਰ ਫਿਰ ਬੜਾ ਆਨੰਦ ਹੈ।
ਉਹ ਸਦਾ ਅੰਤਰ ਆਤਮੇ ਆਨੰਦਿਤ ਰਹਿੰਦਾ ਹੈ। ਸਿੱਖਾਂ ਦਾ ਸਵਾਲ ਹੀ ਇਹ ਸੀ, ਮਹਾਰਾਜ ਹਿਰਦੇ ਦਾ ਆਨੰਦ ਕਿਵੇਂ ਪ੍ਰਾਪਤ ਹੋਏ? ਸਾਹਿਬ ਕਹਿੰਦੇ ਔਗਣਾ ਨੂੰ ਮਾਰ ਦੋ, ਹਿਰਦੇ ਦਾ ਆਨੰਦ ਪ੍ਰਾਪਤ ਹੋ ਜਾਏਗਾ। ਇਵੇਂ ਤੈਨੂੰ ਭਾ ਜਾਵੇਗਾ, ਤੁਹਾਨੂੰ ਚੰਗਾ ਲੱਗੇਗਾ। ਫਿਰ ਗਰਭ ਨਿਵਾਰ ਗਗਨ ਪੁਰ ਪਾਈ। ਗਰਭ ਨਿਵਾਰ, ਗਰਭ ਨਾਮ ਹੈ ਹੰਕਾਰ ਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਗਰਭ ਜਿਹੜਾ ਹੈ ਨਾ, ਇਹਨੂੰ ਨਿਵਾਰ ਦੇ। ਇੱਕ ਭੱਬੇ ਨਾਲ ਪਾਠ ਆਉਂਦਾ ਹੁੰਦਾ, ਉਹਨੂੰ ਕਹੀਦਾ ਗਰਭ। ਉਹ ਹੈ ਜਿਹੜਾ ਵਾਰ-ਵਾਰ ਮਾਤਾ ਦੇ ਉਦਰ ਦੇ ਵਿੱਚ ਆਉਣਾ। ਜਿੱਥੇ ਬੱਬੇ ਨਾਲ ਇਹਦਾ ਭਾਵ ਹੁੰਦਾ ਹੈ ਹੰਕਾਰ, ਅਰਥ ਦਾ ਇਹ ਫਰਕ ਹੁੰਦਾ। ਸਤਿਗੁਰੂ ਮਹਾਰਾਜ ਇੱਥੇ ਹੰਕਾਰ ਦੀ ਨਿਵਰਤੀ ਦੀ ਗੱਲ ਕਰ ਰਹੇ ਵੀ ਕਹਿੰਦੇ ਗਰਭ ਨਿਵਾਰ, ਹੈ ਗੁਰਸਿੱਖਾ ਆਪਣੇ ਅੰਦਰੋਂ ਗਰਭ ਕੀ ਹੰਕਾਰ ਨਿਵਰਤ ਕਰ ਲੈ। ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਲੈ। ਜਿਹੜਾ ਹੰਕਾਰ ਨੂੰ ਦੂਰ ਕਰ ਲੈਂਦਾ ਹੈ ਨਾ, ਗਗਨ ਪੁਰ ਪਾਏ। ਗਗਨ ਨਾਮ ਹੈ ਆਕਾਸ਼ ਦਾ। ਆਕਾਸ਼ ਤੋਂ ਅਰਥ ਲੈਂਦੇ ਨੇ ਵਿਦਵਾਨ ਇੱਥੇ ਦਸਵਾਂ ਦਵਾਰ। ਉਹ ਦਸਵੇਂ ਦਵਾਰ ਦੇ ਵਿੱਚ ਪੁਰ ਨਾਮ ਹੁੰਦਾ ਸ਼ਹਿਰ ਦਾ, ਭਾਵ ਲੈ ਲਓ ਵੀ ਆਪਣੇ ਟਿਕਾਣੇ ਦਾ, ਰਹਿਣ ਵਾਲੀ ਥਾਂ ਦਾ। ਉਹ ਦਸਮ ਦਵਾਰ ਦੇ ਵਿੱਚ ਆਪਣੀ ਪੁਰੀ ਪਾ ਲੈਂਦਾ, ਆਪਣਾ ਟਿਕਾਣਾ ਪਾ ਲੈਂਦਾ ਹੈ। 9 ਦੁਆਰੇ ਜਿਹੜੇ ਨੇ, ਇਹਨਾਂ ਤੋਂ ਉੱਪਰ ਉੱਠ ਜਾਣਾ ਇਹੀ ਦਸਵੇਂ ਦਵਾਰ 'ਚ ਹੈ। ਜਿਹੜਾ ਇੰਦਰੀਆਂ ਦੇ ਚਸਕੇ ਛੱਡ ਦੇਣੇ, ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਤਿਆਗ ਕਰ ਦੇਣਾ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਜਿਹੜਾ ਹੈ। ਸਵਾਦਾਂ ਤੋਂ ਉੱਪਰ ਉੱਠ ਗਏ, ਮਾੜੇ ਕੰਮਾਂ ਤੋਂ ਉੱਪਰ ਉੱਠ ਗਏ, ਮੰਨ ਲਓ ਵੀ ਦਸਵੇਂ ਦਵਾਰ 'ਚ ਜਾਣਾ। ਤੇ ਸਾਹਿਬ ਕਹਿੰਦੇ ਜਿਹੜਾ ਹੰਕਾਰ ਨੂੰ ਨਿਵਰਤ ਕਰਕੇ ਨਾਮ ਜਪਦਾ, ਉਹ ਫਿਰ ਆਕਾਸ਼ ਦੇ ਵਿੱਚ ਆਪਣਾ ਭਾਵ ਦਸਮ ਦਵਾਰ ਵਿੱਚ ਨਿਵਾਸ ਪਾ ਲੈਂਦਾ। ਜਾਂ ਗਗਨ ਤੋਂ ਅਰਥ ਲੈਂਦੇ ਨੇ ਵੀ ਜਿਵੇਂ ਆਕਾਸ਼ ਵਿਆਪਕ ਹੈ, ਪਰ ਆਕਾਸ਼ ਤਾਂ ਜੜ ਹੈ। ਜਿਹੜਾ ਪਰਮੇਸ਼ਰ ਹੈਗਾ ਤਾਂ ਗਗਨ ਆਕਾਸ਼ ਦੀ ਨੇ ਆਈ ਵਿਆਪਕ ਹੈ, ਪਰ ਉਹ ਚੇਤਨ ਹੈ। ਉਹ ਦੂਜਿਆਂ ਨੂੰ ਵੀ ਤਾਕਤ ਦੇ ਰਿਹਾ, ਉਹ ਜੜ ਨਹੀਂ ਹੈ। ਉਹ ਚੇਤਨ ਬ੍ਰਹਮ ਸਰੂਪ ਜੋ ਪਰਮੇਸ਼ਰ ਹੈ, ਉਹਦੇ ਵਿੱਚ ਪੁਰ ਨਾਮ ਹੈ ਸ਼ਹਿਰ ਦਾ, ਟਿਕਾਣੇ ਦਾ। ਵਾਹਿਗੁਰੂ ਦੇ ਵਿੱਚ ਟਿਕਾਣਾ ਪਾ ਲੈਂਦੇ ਨੇ। ਹੋਰ ਸੌਖਾ ਸਮਝ ਲਓ ਵੀ ਉਹ ਗੁਰਪੁਰ ਵਾਸੀ ਹੋ ਜਾਂਦੇ ਨੇ ਸਿੱਖ। ਗੁਰਪੁਰ ਵਾਸੀ ਸਰੀਰ ਕਰਕੇ ਮਰਨ ਤੋਂ ਬਾਅਦ ਅਸੀਂ ਸਮਝਿਆ ਹੋਇਆ, ਪਰ ਅਸਲ ਦੇ ਵਿੱਚ ਜਿਉਂਦਿਆਂ ਮਾੜੇ ਕੰਮਾਂ ਵੱਲੋਂ ਮਰ ਕੇ ਹੀ ਗੁਰੂ ਦੀ ਪੁਰੀ ਦੇ ਵਾਸੀ ਬਣੀਦਾ, ਸੱਚਖੰਡ ਦੇ ਵਾਸੀ ਬਣੀਦਾ। ਜਿਉਂਦਿਆਂ ਹੋਇਆਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਆਪਣਾ ਨਿਵਾਸ ਪਾ ਲੈਂਦੇ ਨੇ। ਪਰਮੇਸ਼ਰ ਦੇ ਵਿੱਚ ਨਿਵਾਸ ਪਾਉਣਾ ਵੀ ਸਾਰੇ ਰੱਬੀ ਗੁਣ ਉਹਨਾਂ 'ਚ ਆ ਜਾਂਦੇ ਹਨ। ਇਹ ਜਿਹੜੀ ਅਵਸਥਾ ਹੈ ਨਾ, ਆਪਾਂ ਕਥਾ ਤਾਂ ਕਰ ਰਹੇ ਹਾਂ, ਪਰ ਇਹ ਅਵਸਥਾ ਕਿਸੇ ਵਿਰਲੇ ਦੀ ਹੁੰਦੀ ਹੈ। ਬਹੁਤ ਘੱਟ ਨੇ ਜਿਹੜੇ ਰੱਬ ਦੇ ਵਿੱਚ ਵਾਸ ਪਾਉਂਦੇ। ਬਹੁਤੇ ਤਾਂ ਆਪਾਂ ਮਿਲ ਕੇ ਕਿਤੇ ਬੈਠੀਏ, ਸਾਡੀ ਗੱਲਬਾਤ 'ਚ ਕਿਤੇ ਰੱਬ ਬਹੁਤ ਘੱਟ ਹੁੰਦਾ। ਕਿਸੇ ਦੀ ਨਿੰਦਾ ਹੋਏਗੀ, ਕਿਸੇ ਦੇ ਖਿਲਾਫ ਕੁਝ ਸਾਜ਼ਿਸ਼ ਹੋਏਗੀ, ਕਿਸੇ ਨੂੰ ਮਾੜਾ ਕਵਾਂਗੇ, ਮਿਲ ਕੇ ਕੁਝ ਮਾੜਾ ਕਰਾਂਗੇ, ਇਹੀ ਕੁਝ ਹੁੰਦਾ। ਸਾਡਾ ਨਿਵਾਸ ਤਾਂ ਨਰਕਾਂ 'ਚ ਹੀ ਰਹਿੰਦਾ ਜਿਉਂਦਿਆਂ ਵੀ। ਮਰ ਕੇ ਤਾਂ ਹੋਣਾ ਹੀ ਹੈ, ਪਰ ਅਸਲ ਵਿੱਚ ਬਹੁਤੇ ਅਸੀਂ ਜੀਵ ਜਿਹੜੇ ਆ ਨਾ, ਨਰਕਾਂ ਦੇ ਵਾਸੀ ਹੈ ਪਹਿਲਾਂ ਹੀ। ਨਰਕ ਹੀ ਹੁੰਦਾ ਹੈ ਜਿਹੜਾ ਗੁਰੂ ਤੋਂ ਬੇਮੁਖ ਹੋਣਾ, ਉਹ ਨਰਕ ਹੀ ਹੁੰਦਾ ਹੈ ਜਿਹੜਾ ਮਾੜੇ ਕਰਮ ਕਰਨੇ ਨੇ। ਸਤਿਗੁਰੂ ਸਾਹਿਬ ਕਹਿੰਦੇ ਭਾਈ ਹੰਕਾਰ ਨਿਵਰਤ ਕਰ। ਵਾਹਿਗੁਰੂ ਦੇ ਵਿੱਚ ਉਹ ਵਾਸਾ ਪਾ ਲੈਂਦੇ ਨੇ ਜਿਹੜੇ ਇਸ ਤਰ੍ਹਾਂ ਹੰਕਾਰ ਦੂਰ ਕਰਦੇ ਹਨ। ਮਰਨ ਲਿਖਾਈ ਆਈ ਨਹੀਂ ਰਹਿਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਰਨ ਲਿਖਾਏ ਆਏ ਨਹੀਂ ਰਹਿਣਾ। ਕਹਿੰਦੇ ਜੀਵ ਮਰਨਾ ਲਿਖਾ ਕੇ ਸੰਸਾਰ 'ਚ ਆਏ ਨੇ। ਇੱਥੇ ਪਹਿਲਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਕਰੀ ਲੋਹ ਕਲਮੰ ਲਿਖਿਓ ਲੇਖ ਮਾਛੰ ਸਭੇ ਜੇਰ ਕੀਨੇ ਬਲੀ ਕਾਲ ਹਾਛੰ। ਜਨਮ ਬਾਅਦ ਵਿੱਚ ਹੁੰਦਾ ਹੈ ਬੰਦੇ ਦਾ। ਮੌਤ ਦਾ ਦਿਨ ਜਿਹੜਾ ਹੈ ਉਹ ਪਹਿਲਾਂ ਨਿਯਤ ਕਰ ਦਿੱਤਾ ਜਾਂਦਾ ਹੈ ਪਰਮੇਸ਼ਰ ਵੱਲੋਂ। ਆਹ ਤਰੀਕ ਹੈ ਤੇਰੀ, ਕਹਿੰਦੇ ਇਸ ਦਿਨ ਮੌਤ ਹੋਣੀ, ਸਵਾਸ ਪੂਰੇ ਹੋ ਜਾਣੇ ਨੇ। ਮਰਨਾ ਪਹਿਲਾਂ ਲਿਖਿਆ ਹੈ ਜਨਮ ਤੋਂ ਪਹਿਲਾਂ, ਉਸ ਤੋਂ ਬਾਅਦ ਜਨਮ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਜੀਵ ਹੈ ਇਹ ਸੰਸਾਰ ਵਿੱਚ ਆਉਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮਰਨ ਲਿਖਾਏ ਆਏ ਨਹੀਂ ਰਹਿਣਾ। ਮਰਨਾ ਲਿਖਾ ਕੇ ਆਏ ਆ ਸਾਰੇ ਜੀਵ, ਇੱਥੇ ਨਹੀਂ ਜੇ ਰਹਿਣਾ ਕਿਸੇ ਨੇ। ਐਵੇਂ ਭੁਲੇਖੇ 'ਚ ਨਾ ਰਹਿ ਜਿਓ। ਥੋੜ੍ਹੀ ਜਿਹੀ ਜ਼ਿੰਦਗੀ ਹੁੰਦੀ, ਇਹਦੇ ਵਿੱਚ ਵੀ ਬੰਦਾ ਹਰ ਵੇਲੇ ਭੁਲੇਖੇ ਹੀ ਪਾਲਦਾ ਹੈ। ਥੋੜ੍ਹੀ ਜਿਹੀ ਜ਼ਿੰਦਗੀ ਦੇ ਵਿੱਚ ਵੀ ਹਮੇਸ਼ਾ ਸੋਚਾਂ ਇਹੀ ਸੋਚਦਾ
ਵੀ ਫਲਾਣੇ ਨੂੰ ਰਾਹ ਤੋਂ ਹਟਾ ਲਾਂ, ਫਲਾਣੇ ਨੂੰ, ਵੀ ਉਹ ਠੀਕ ਹੈ ਤਾਂ ਜੇ ਤੂੰ ਸਦਾ ਰਹਿਣਾ ਫੇਰ ਤਾਂ ਮੰਨ ਲਈਏ ਵੀ ਠੀਕ ਕਰ ਰਿਹਾ। ਉਹ ਰਹਿਣਾ ਕਿ ਸਰੀਰ ਦੇ ਭਾਂਡੇ ਦਾ ਪਤਾ ਹੀ ਨਹੀਂ, ਕੱਲ ਨੂੰ ਆਖਣਾ ਹੈ ਇਹਦਾ ਚੰਗਾ ਭਲਾ ਹੁੰਦਾ ਸੀ ਵੀ ਇਹਨੂੰ ਕੀ ਹੋ ਗਿਆ। ਮਗਰੋਂ ਫਿਰ ਇਹੀ ਗੱਲਾਂ ਰਹਿ ਜਾਂਦੀਆਂ ਨੇ। ਉੱਥੇ ਪਤਾ ਥੋੜ੍ਹਾ ਵੀ ਆਪਾਂ ਨੂੰ ਮਰਨ ਦਾ ਲਿਖਤ ਹੋਈ ਹੈ, ਸਾਡਾ ਮੌਤ ਦਾ ਦਿਨ ਨਿਸ਼ਚਿਤ ਹੈ, ਬਸ ਸਾਨੂੰ ਦੱਸਿਆ ਨਹੀਂ ਗਿਆ। ਜੇ ਰੱਬ ਦੱਸ ਦਵੇ ਵੀ ਫਲਾਨੀ ਤਰੀਕ ਨੂੰ ਮਰਨਾ, ਉਹ ਜਿੰਨੇ ਕੁ ਦਿਨ ਜਿਉਣਾ ਹੈ ਸਾਡੇ ਲਈ ਤਾਂ ਉਹ ਵੀ ਕੰਮ ਔਖਾ ਹੋ ਜਾਵੇ ਨਾ, ਫਿਰ ਉਹ ਕੰਮ ਔਖਾ ਹੋ ਜਾਵੇ। ਇਸੇ ਕਰਕੇ ਨਹੀਂ ਦੱਸਿਆ। ਰੱਬ ਦੇ ਪਿਆਰਿਆਂ ਨੂੰ ਪਤਾ ਲੱਗ ਜਾਂਦਾ, ਮਹਾਂਪੁਰਖਾਂ ਨੂੰ ਪਤਾ ਹੁੰਦਾ ਸਾਰਾ ਕੁਝ। ਜਿਵੇਂ ਸਾਧ ਸੰਗਤ ਜੀ, ਬਾਬਾ ਸੋਹਣ ਸਿੰਘ ਜੀ, ਬਾਬਾ ਬਿਰੀ ਚੰਦ ਜੀ ਦੀ ਅੰਸ਼ ਬੰਸ, ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹ ਦੱਸਦੇ ਹੁੰਦੇ ਸਾਰੀ ਗੱਲ। ਕਹਿੰਦੇ ਮਹਾਂਪੁਰਖਾਂ ਦੇ ਲਾਗੇ ਬੈਠਾ ਸੀ ਮੈਂ ਅੰਤਿਮ ਸਮੇਂ, ਉਹ ਡਾਕਟਰ ਉਹ ਸਾਰਾ ਕੁਝ ਸਰੀਰ ਸੁਰ ਚੈੱਕ ਕਰਕੇ ਵੇਖਿਆ, ਕਹਿੰਦੇ ਕੋਈ ਸਾਹ ਰਗ ਨਹੀਂ, ਕੋਈ ਕੁਝ ਨਹੀਂ ਸੀ ਚੱਲ ਰਿਹਾ। ਉਹ ਕਹਿੰਦੇ ਵੀ ਇਹ ਤਾਂ ਅਸੀਂ ਆਪਣੀ ਇੱਛਾ ਦੇ ਨਾਲ, ਸਰੀਰ ਸਾਡਾ ਪੂਰਾ ਹੋ ਗਿਆ, ਇਹ ਅਸੀਂ ਆਪਣੀ ਇੱਛਾ ਨਾਲ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਉੱਥੇ ਉਹਨਾਂ ਖੇਡ ਵਰਤਾਈ ਤੇ ਦੱਸੀ ਵੀ ਕਿੰਨੇ ਜੋ ਭਿੰਡਰਾਂ ਵਾਲੇ ਮਹਾਂਪੁਰਖ ਨੇ, ਉਹਨਾਂ ਸਾਰੀ ਸੰਗਤ ਨੂੰ ਗੱਲ ਦੱਸੀ। ਫਿਰ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਇੱਕ ਕਾਗਜ਼ ਪੱਤਰ ਕਹਿੰਦੇ ਵੀ ਲੈ ਕੇ ਤੇ ਉੱਤੇ ਕਹਿਣ ਲੱਗੇ ਵੀ ਘੋੜਿਆਂ ਨੂੰ ਇੰਨਾ ਮਸਾਲਾ ਦੇਣਾ ਹੈ, ਆਹ ਲਿਖਣਾ, ਉਹ ਲਿਖਣਾ, ਇੱਦਾਂ ਕਰ ਕਰਾ ਕੇ ਲਿਖਾਇਆ। ਤੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਮੈਂ ਸੋਚ ਲਿਆ ਵੀ ਇਹਨਾਂ ਦਾ ਨਾ ਭਾਵੇਂ ਬ੍ਰਹਮ ਗਿਆਨੀ ਨੇ, ਪਰ ਹੁਣ ਇਹਨਾਂ ਦਾ ਇੱਧਰ ਘੋੜਿਆਂ 'ਚ ਧਿਆਨ ਹੋ ਗਿਆ, ਇਹ ਲੱਗਦਾ ਵੀ ਮੋਹ ਜਾਗ ਪਿਆ ਹੈ। ਕਹਿੰਦੇ ਉਹ ਬਾਅਦ 'ਚ ਪਤਾ ਲੱਗਾ ਵੀ ਉਹਨੇ ਨੂੰ ਇੱਕ ਸਿੱਖ ਭੱਜਾ ਆਇਆ, ਕਹਿੰਦੇ ਹਜ਼ੂਰ ਸਾਹਿਬ ਤੋਂ ਤਾਰ ਆਈ ਹੈ ਵੀ ਸਾਰੇ ਘੋੜਿਆਂ ਦੇ ਢਿੱਡ ਵਿੱਚ ਪੀੜ ਹੋ ਰਹੀ ਹੈ। ਉਦੋਂ ਤਾਰਾਂ ਹੀ ਆਉਂਦੀਆਂ ਸਨ ਤੇ ਮਹਾਂਪੁਰਖਾਂ ਨੇ ਪਹਿਲਾਂ ਹੀ ਉਹ ਲਿਖਾ ਕੇ ਫੜਾ ਦਿੱਤਾ ਕਾਗਜ਼। ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਆਹ ਮਸਾਲਾ ਤਿਆਰ ਕਰਕੇ ਘੋੜਿਆਂ ਨੂੰ ਦੇ ਦਿਓ। ਉਹਨਾਂ ਗੁਰਮੁਖਾਂ ਪਿਆਰਿਆਂ ਦੀਆਂ ਤਾਰਾਂ ਜੁੜੀਆਂ ਹੁੰਦੀਆਂ ਨੇ ਤੇ ਮਰਨਾ ਲਿਖਾ ਕੇ ਸਾਰੇ ਆਏ ਨੇ। ਉਹਨਾਂ ਨੂੰ ਪਤਾ ਵੀ ਹੁੰਦਾ ਏ, ਪਰ ਆਪਣੀ ਮਰਜ਼ੀ ਦੇ ਨਾਲ, ਬੇਪਰਵਾਹੀ ਦੇ ਨਾਲ ਸੱਚਖੰਡ ਜਾਂਦੇ ਹਨ। ਪਰ ਸਾਨੂੰ ਇਹ ਗੱਲ ਨਹੀਂ ਪਤਾ ਲੱਗਣੀ ਚਾਹੀਦੀ, ਇਹ ਰੱਬ ਦੀ ਮਰਿਆਦਾ ਹੈ। ਆਮ ਲੋਕਾਂ ਨੂੰ ਜੇ ਪਤਾ ਲੱਗ ਜਾਏ ਔਖੇ ਹੋ ਜਾਵਾਂਗੇ ਅਸੀਂ, ਸਾਧ ਸੰਗਤ ਬਹੁਤ ਔਖੇ ਹੋ ਜਾਵਾਂਗੇ, ਹੱਦੋਂ ਵੱਧ ਕੇ ਬੰਦਾ ਔਖਾ ਹੋ ਜੂ ਜੇ ਪਤਾ ਹੋਵੇ ਫਲਾਨੀ ਤਰੀਕ ਨੂੰ ਤੂੰ ਮਰਨਾ। ਉਹ ਲੋਕ ਕਰਜ਼ਾ ਲੈਂਦੇ ਆ, ਕਿਸ਼ਤ ਦੀ ਤਰੀਕ ਪਤਾ ਹੁੰਦੀ ਹੈ ਸਾਰਾ ਮਹੀਨਾ, ਕਹਿੰਦੇ ਵੀ ਇੰਨੀ ਤਰੀਕ ਨੂੰ ਕਿਸ਼ਤ ਦੇਣੀ। ਜਿਹੜਾ ਵੀ ਕੋਈ ਕਵੇ ਕਹਿੰਦਾ ਮੈਂ ਕਿਸ਼ਤ ਦੇਣੀ, ਬੈਂਕ ਦਾ ਲੋਨ ਦੇਣਾ, ਉਹ ਪਤਾ ਹੁੰਦਾ ਨਾ ਇੰਨੀ ਨੂੰ ਦੇਣੇ ਆ। ਉਹ ਇੱਕ ਤਾਂ ਮਾਇਆ ਦੇਣੀ ਹੈ ਸਿਰਫ, ਉਹਦੇ ਵਾਸਤੇ ਬੰਦਾ ਸਾਰਾ ਮਹੀਨਾ ਉਹਨਾਂ ਦਾ ਜਾਪ ਜਪਦਾ ਰਹਿੰਦਾ ਵੀ ਮੇਰੀ ਕਿਸ਼ਤ ਨਾ ਟੁੱਟ ਜੇ, ਕਿਤੇ ਮੈਨੂੰ ਜੁਰਮਾਨਾ ਨਾ ਪੈ ਜੇ, ਕਿਤੇ ਜੇ ਕਿਤੇ ਇਹ ਹੋ ਗਿਆ ਵੀ ਤੂੰ ਇੰਨੀ ਨੂੰ ਮਰ ਜਾਣਾ, ਫੇਰ ਰੋਟੀ ਦੀ ਬੁਰਕੀ ਸਾਡੇ ਗਲੇ ਤੋਂ ਹੇਠਾਂ ਨਹੀਂ ਉਤਰੂ, ਪਹਿਲਾਂ ਹੀ ਮਰਨ ਵਰਗਾ ਜੀਵਨ ਹੋ ਜਾਏਗਾ। ਇਸ ਕਰਕੇ ਇਹ ਗੱਲ ਨਿਸ਼ਚੈ ਆ ਵੀ ਮਰਨਾ ਲਿਖਾ ਕੇ ਸੰਸਾਰ 'ਚ ਆਏ ਆ, ਉਸ ਤੋਂ ਬਗੈਰ ਕੋਈ ਵੀ ਜੀਵ ਨਹੀਂ ਆਇਆ। ਪਰਮੇਸ਼ਰ ਨੇ ਗੱਲ ਗੁਪਤ ਰੱਖੀ ਹੈ, ਭਾਵੇ ਦ੍ਰਿੜ ਕਰਾਇਆ ਹੈ ਵੀ ਭਾਈ ਰਹਿਣ ਨਾ ਪਾਵੈ ਸੁਰ ਨਰ ਦੇਵਾ, ਮੂੜ ਸੁਧਾਰੇ ਕਰਮ ਮਨ ਜਨ ਸੇਵਾ। ਜਾਂ ਇਹ ਭਾਵ ਸਾਨੂੰ ਮਹਾਰਾਜ ਦ੍ਰਿੜ ਕਰਾਉਂਦੇ ਨੇ ਵੀ ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੇ ਧੀਰ। ਜਾਂ ਇਹ ਗੱਲ ਦ੍ਰਿੜ ਕਰਾਉਂਦੇ ਨੇ ਬਾਦਸ਼ਾਹ ਸਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲ ਹੈ ਖਰਨਾ, ਕੂੜੈ ਮੋਏ ਲਵ ਲਵਟਾਨਾ, ਛੋੜ ਚਲਿਆ ਤਾਂ ਫਿਰ ਪਛਤਾਨਾ। ਫਿਰ ਮਹਾਰਾਜ ਕੀ ਕਰਿਆ ਕਰੀਏ, ਕਹਿੰਦੇ ਬੇਨਤੀਆਂ ਕਰਿਆ ਕਰੋ, ਕਿਰਪਾ ਨਿਧਾਨ। हे ਅਕਾਲ ਪੁਰਖ ਵਾਹਿਗੁਰੂ ਜੀਓ, ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਪਾਤਸ਼ਾਹ ਸਾਡੇ ਤੇ ਰਹਿਮਤ ਕਰਦੇ, ਮਰਨ ਦਾ ਦਿਨ ਲਿਖਿਆ ਉਹ ਤੋਂ ਪਹਿਲਾਂ ਜਿੱਦਣ ਆਖਰੀ ਸਾਹ ਲਈਏ ਉਹ ਤੋਂ ਪਹਿਲਾਂ ਸਾਡਾ ਜੀਵਨ ਬਣੇ ਤੇ ਅਸੀਂ ਕਹੀਏ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਚੇਤਾ ਕਰਾਉਂਦੇ ਨੇ। ਗੱਲ ਤਾਂ ਪਹਿਲਾਂ ਦੀ ਹੋਈ ਹੈ ਵੀ ਮਰਨਾ ਹੈ, ਪਰ ਚੇਤਾ ਕਰਾਉਂਦੇ ਪਿਆਰਿਆ ਮਰਨ ਲਿਖਾਏ ਆਏ ਨਹੀਂ ਰਹਿਣਾ। ਸੰਸਾਰ 'ਚ ਮਰਨਾ ਲਿਖਾ ਕੇ ਸੰਸਾਰ ਜੀਵ ਆਏ ਹਨ। ਇਸ ਜਗਤ ਦੇ ਵਿੱਚ ਸਦਾ ਵਾਸਤੇ ਕਿਸੇ ਨੇ ਨਹੀਂ ਰਹਿਣਾ। ਇਸ ਕਰਕੇ ਐਸੇ ਕੰਮ ਨਾ ਕਰਿਓ ਜਿਹਦੇ ਕਰਕੇ ਬਾਅਦ 'ਚ ਪਛਤਾਤਾਪ ਹੋਵੇ ਵੀ ਮੈਂ ਨਾ ਕਰਦਾ ਤੇ ਚੰਗਾ ਨਹੀਂ ਸੀ। ਬਾਅਦ 'ਚ ਪਛਤਾਉਂਦੇ ਨੇ ਲੋਕ। ਉਹ ਪਹਿਲਾਂ ਹੀ ਸੋਚ ਲਓ ਵੀ ਇਹ ਕੰਮ ਨਾ ਕਰੀਏ ਜਿਸ ਨਾਲ ਪਛਤਾਉਣਾ ਪਵੇ। ਹਰ ਜਪ ਜਪ ਰਹਿਣ ਹਰ ਸਰਣਾ। ਕੀ ਕਰੀਏ? ਕਹਿੰਦੇ ਹਰੀ ਦੇ ਜਾਪ ਨੂੰ ਜਪੀ ਜਾਓ। ਹਰੀ ਵਾਹਿਗੁਰੂ ਦੀ ਸ਼ਰਨ ਵਿੱਚ ਰਹਿਣਾ ਕਰੋ। ਜਾਂ ਜਿਹੜਾ ਹਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਰਹਿੰਦਾ ਹੈ ਨਾ, ਆਪਣੇ ਆਪ ਨੂੰ ਸ਼ਰਨ ਪਾ ਲੈਂਦਾ ਵੀ ਮਹਾਰਾਜ ਮੈਨੂੰ ਤੇ ਅਕਲ ਕੋਈ ਹੈ ਨਹੀਂ, ਮੈਂ ਹੁਣ ਤੁਹਾਡੇ ਦਰ ਤੇ ਆ ਗਿਆ, ਜਿਵੇਂ ਤੁਹਾਨੂੰ ਠੀਕ ਲੱਗਦਾ ਰੱਖ ਲਓ ਮੈਨੂੰ। ਜੇ ਤੂੰ ਦੁਆਰੇ ਉੱਪਰ ਹੈ ਤਿੱਤੇ ਲਿਓ ਬਾਹਰ, ਹੁਣ ਤੁਸੀਂ ਕਿਰਪਾ ਕਰੋ। ਤਾਂ ਜਿਹੜਾ ਹਰੀ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਰਹਿੰਦਾ ਏ, ਹਰ ਜਪ ਜਾਪ ਉਹ ਹਰੀ ਦੇ ਨਾਮ ਦੇ ਜਾਪ ਨੂੰ ਜਪਦਾ ਹੈ। ਐਸਾ ਜਪਦਾ ਏ ਆਉਂਦੇ ਸਾਹਾਂ ਨਾਲ ਜਾਂਦੇ ਸਾਹਾਂ ਨਾਲ, ਸਾਸ ਨਾਲ ਗਿਰਾਸ ਨਾਲ, ਬੁਰਕੀ ਖਾਂਦਿਆਂ ਕਹਿੰਦਾ ਵਾਹਿਗੁਰੂ, ਸਾਸ ਸਵਾਸ ਨਾਮ ਜਪਦਿਆਂ ਫਿਰ ਦਸਮ ਪਾਤਸ਼ਾਹ ਕਹਿੰਦੇ ਐ ਕਿਰਪਾ ਹੁੰਦੀ ਹੈ ਜਾਪ ਸੋ ਅਜਪਾ ਜਪ ਹੈ। ਫਿਰ ਆਪਣੇ ਆਪ ਹੀ ਜਾਪ ਚੱਲ ਜਾਂਦਾ ਹੈ। ਪਹਿਲਾਂ ਜਪਣਾ ਪੈਂਦਾ ਹੈ। ਨਿਤਨੇਮ ਆਪਾਂ ਕਰਦੇ ਸੁਣਦੇ ਆ ਨਾ, ਉਹਦੇ ਵਿੱਚ ਹੀ ਸਾਰੀ ਖੇਡ ਲਿਖੀ ਹੋਈ ਹੈ। ਪਹਿਲਾਂ ਜਪ ਹੈ, ਜਿਹਨੂੰ ਆਪਾਂ ਸਤਿਕਾਰ ਨਾਲ ਕਹਿੰਦੇ ਆ ਜਪਜੀ ਸਾਹਿਬ। ਪਾਣੀ ਦਾ ਨਾਂ ਹੈ ਜਪ। ਜਦੋਂ ਬੰਦਾ ਪਹਿਲਾਂ ਜਪ ਕਰਦਾ ਹੈ ਫਿਰ ਆਪਣੇ ਆਪ ਅੱਗੇ ਜਾਪ ਬਣਦਾ ਹੈ। ਬਾਣੀ ਦਾ ਨਾਂ ਹੈ ਜਾਪ। ਅਸੀਂ ਕਹਿੰਦੇ ਹਾਂ ਜਾਪ ਸਾਹਿਬ। ਜਪ ਤੋਂ ਸ਼ੁਰੂ ਹੋ ਕੇ ਤੇ ਅੱਗੇ ਜਾਪ ਬਣ ਜਾਂਦਾ ਹੈ। ਸਾਧ ਸੰਗਤ ਜੀ ਇਵੇਂ ਸਾਹਿਬ ਕਹਿੰਦੇ ਵੀ ਜਦੋਂ ਜਪੇਗਾ ਜਪਦਿਆਂ ਤੇਰਾ ਜਾਪ ਸੋ ਅਜੱਪਾ ਜਪ ਹੈ, ਫਿਰ ਤੈਨੂੰ ਜਪਣ ਦੀ ਲੋੜ ਨਹੀਂ। ਜਿਹੜੇ ਗੁਰਮੁਖ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਬੁੱਲ ਹਿਲਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਹਿਰਦੇ 'ਚ ਸੋਚਣ ਦੀ ਵੀ ਨਹੀਂ ਲੋੜ ਪੈਂਦੀ ਵੀ ਮੈਂ ਨਾਮ ਜਪਾਂ। ਇੱਕ ਤਾਂ ਹੁੰਦਾ ਹੈ ਨਾ ਵੀ ਆਪਾਂ ਸੋਚਣਾ ਕਿ ਮੈਂ ਹੁਣ ਨਾਮ ਜਪਾਂ, ਬੈਠੇ ਸੋਚੀ ਜਾਂਦੇ ਕੁਝ, ਇੱਕ ਬੁੱਲ ਹਿਲਾਉਂਦੇ ਆ ਜਾਂ ਕੁਝ ਖਿਆਲ ਕਰਦੇ। ਗੁਰਮੁਖ ਇਸ ਅਵਸਥਾ 'ਚ ਪਹੁੰਚ ਜਾਂਦੇ ਨੇ ਵੀ ਉਹਨਾਂ ਦੇ ਸੋਚੇ ਤੋਂ ਬਗੈਰ, ਉਹਨਾਂ ਦੇ ਉਦਮ ਕੀਤੇ ਤੋਂ ਬਗੈਰ ਆਪਣੇ ਆਪ ਹੀ ਉਹਨਾਂ ਦੇ ਅੰਦਰ ਜਾਪ ਚੱਲਦਾ ਹੈ। ਆਪਣੇ ਆਪ ਉਹਨਾਂ ਦੇ ਅੰਦਰ ਸਿਮਰਨ ਅਭਿਆਸ ਚੱਲਦਾ ਹੈ। ਜਿਹੜੇ ਹਰੀ ਦੀ ਸ਼ਰਨ ਰਹਿੰਦੇ ਨੇ ਉਹ ਹਰੀ ਹਰੀ ਜਪਦੇ ਨੇ। ਹਰ ਸ਼ਬਦ ਆਇਆ ਦੋ ਵਾਰ ਇੱਕੇ ਤੁਕ 'ਚ। ਹਰ ਦਾ ਭਾਵ ਜਿਹੜਾ ਹੈ ਸਾਧ ਸੰਗਤ ਜੀ, ਜਿਹੜਾ ਦੁੱਖਾਂ ਦੇ ਨਾਸ਼ ਕਰਨ ਵਾਲਾ ਹੈ। ਪੁਰਾਤਨ ਅਰਥ ਜਿਹੜੇ ਸਨ ਮਹਾਰਾਜ ਨੇ ਸ਼ਬਦ ਲੈ ਕੇ ਆਪਣੀ ਵਿਆਖਿਆ ਕੀਤੀ ਹੈ। ਜਿਹੜੇ ਪੁਰਾਤਨ ਸਨ ਉੱਥੇ ਜਦੋਂ ਹਰ ਕਹੀਏ ਉਹ ਹਰ ਦਾ ਅਰਥ ਕਹਿੰਦੇ ਨੇ ਵਿਸ਼ਨੂੰ। ਹੈ ਵੀ ਉਹਨਾਂ ਦੇ ਗ੍ਰੰਥਾਂ 'ਚ ਇਹੀ ਲਿਖਿਆ। ਉਹ ਸ਼ਬਦ ਮਹਾਰਾਜ ਨੇ ਵਰਤੇ ਨੇ, ਪਰ ਉਹਨਾਂ ਨੇ ਵਰਤੇ ਨੇ ਰੱਬ ਵਾਸਤੇ। ਸਤਿਗੁਰੂ ਸਾਹਿਬ ਨੇ ਪਰਮੇਸ਼ਰ ਵਾਸਤੇ। ਜਿਵੇਂ ਚੰਡੀ ਦੀ ਗੱਲ ਆਵੇ, ਹਿੰਦੂ ਵੀਰ ਕੋਈ ਸੁਣੂਗਾ ਚੰਡੀ, ਆਖੀਏ ਵੀ ਮਹਾਰਾਜ ਚੰਡੀ ਦੇ ਪੁਜਾਰੀ ਸਨ, ਉਹ ਸਮਝੂਗਾ ਵੀ ਜਿਹਦੀਆਂ 4 ਬਾਹਾਂ, ਜਿਹਦੀਆਂ 8 ਬਾਹਾਂ, ਜਾਂ ਇਹੋ ਜਿਹੀ ਕਿਸੇ ਦੇਵੀ ਨੂੰ ਪੂਜਦੇ ਸਨ ਮਹਾਰਾਜ। ਜਦੋਂ ਗੁਰਬਾਣੀ ਪੜ੍ਹ ਕੇ ਆਖਾਂਗੇ ਗੁਰੂ ਨੇ ਚੰਡੀ ਪ੍ਰਗਟ ਕੀਤੀ, ਸਿੱਖ ਆਖੂਗਾ ਮਹਾਰਾਜ ਸਾਹਿਬ ਨੇ ਆਪਣੀ ਸ਼ਕਤੀ, ਆਪਣੀ ਭਗਉਤੀ ਸ੍ਰੀ ਸਾਹਿਬ ਨੂੰ ਚੰਡੀ ਕਿਹਾ ਹੈ। ਗੁਰੂ ਕਲਗੀਧਰ ਸਾਹਿਬ ਕਿਰਪਾਨ ਦੀ ਪੂਜਾ ਕਰਦੇ ਨੇ, ਇਹਨੂੰ ਚੰਡੀ ਕਹਿੰਦੇ ਨੇ, ਇਹਨੂੰ ਮਨਾਉਂਦੇ ਹਨ। ਇਹਨੂੰ ਕਹਿੰਦੇ ਨੇ ਪ੍ਰਥਮ ਭਗਉਤੀ ਸਿਮਰ ਕੈ, ਰੋਜ਼ ਹੀ ਕਹਿੰਦੇ ਮੈਂ ਭਗਉਤੀ ਨੂੰ ਸਿਮਰ ਕੇ ਫੇਰ ਗੁਰੂ ਨਾਨਕ ਦਾ ਓਟ ਆਸਰਾ ਲੈਣਾ। ਇਹ ਅਰਥ ਬਦਲ ਜਾਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਾਮ ਸ਼ਬਦ ਲਿਆ। ਹਿੰਦੂ ਵੀਰ ਨੂੰ ਕਹੋਗੇ ਵੀ ਰਾਮ, ਉਹ ਸਦਾ ਰਾਮਚੰਦਰ ਜੀ ਤੇ ਲਵੇਗਾ। ਸਤਿਗੁਰੂ ਸਾਹਿਬ ਨੂੰ ਪੁੱਛੋਗੇ ਰਾਮ, ਤਾਂ ਮਹਾਰਾਜ ਕਹਿੰਦੇ ਜਿਹੜਾ ਹਰ ਇੱਕ ਜਰੇ ਜਰੇ 'ਚ ਵਸਿਆ ਉਹ ਰਾਮ ਹੈ। ਇਸ ਤਰ੍ਹਾਂ ਜਿਹੜੇ ਕੋਈ ਸ਼ਬਦ ਹੁੰਦੇ ਇਹਨਾਂ ਨੂੰ ਸਮਝਣਾ ਪੈਂਦਾ ਹੈ। ਇਹਨਾਂ ਚੀਜ਼ਾਂ ਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ। ਗੱਲ ਮੈਂ ਤਾਂ ਕਹਿੰਦਾ ਕਈਆਂ ਨੂੰ ਬੜੀ ਤਕਲੀਫ ਹੁੰਦੀ ਹੈ। ਉਹ ਫਿਰ ਜਾ ਕੇ ਬੜੇ ਤੜਫਦੇ, ਕਹਿੰਦੇ ਉੱਥੇ ਕ੍ਰਿਸ਼ਨ ਜੀ ਦਾ ਨਾਂ ਲੈ ਤਾ, ਉੱਥੇ ਰਾਮ ਜੀ ਦਾ ਲੈ ਤਾ। ਜਦੋਂ ਆਪਾਂ ਰੰਭ 'ਚ ਕਹਿੰਦੇ ਹਾਂ ਨਾ ਤਪ ਸਥਾਨ, ਬੜੇ ਤੜਫਦੇ ਨੇ ਕਈ। ਉਹ ਸਾਹਮਣੇ ਲਿਖਿਆ ਨਹੀਂ ਵੱਡੇ ਸਥਾਨ ਤੇ, ਕਈਆਂ ਦੇ ਦਿਲ ਵਿੱਚ
ਇੰਨੀ ਈਰਖਾ ਹੈ ਉਹਨਾਂ ਦਾ, ਵਸ ਚੱਲੇ ਭੋਰਾ ਸਾਹਿਬ ਢਾਹ ਦੇਣ। ਆਉਂਦੇ ਉਹ ਵੀ ਗੁਰਦੁਆਰੇ ਹੀ ਹੈ, ਕਹਿੰਦੇ ਅਸੀਂ ਸਿੱਖ ਹਾਂ। ਤੇ ਜਦੋਂ ਮੈਂ ਇੰਨੀ ਕੁ ਗੱਲ ਹੀ ਕਹਿ ਦਈਏ ਨਾ ਵੀ ਆਪਾਂ ਭੋਰਾ ਸਾਹਿਬ ਮਹਾਰਾਜ ਨੇ ਤਪ ਕੀਤਾ, ਸੜਦੇ ਮੱਚਦੇ ਆ। ਚੰਗੇ ਬੰਦੇ ਤੇ ਨਹੀਂ ਕਿਤੇ ਜਾਂਦੇ, ਮਾੜੇ ਉਹ ਜਾ ਫਿਰ ਸ਼ਿਕਾਇਤਾਂ ਕਰਦੇ, ਆਹ ਕਹਿਤਾ ਉਹ ਕਹਿਤਾ। ਲਿਖਿਆ ਨਹੀਂ ਸਾਹਮਣੇ ਭੋਰਾ ਸਾਹਿਬ ਉੱਤੇ ਤਪ ਅਸਥਾਨ ਵੀ ਲਿਖਿਆ। ਜੇ ਕਿਸੇ ਦੀ ਜ਼ਰੂਰਤ ਹੈਗੀ ਹੈ, ਜੇ ਕੋਈ ਮਾਈ ਦਾ ਲਾਲ ਹੈ ਤਾਂ ਪਹਿਲਾਂ ਉਹ ਮਟਾਵੇ। ਸੋ ਸਾਹਮਣੇ ਦਰਬਾਰ ਤੇ ਲਿਖਿਆ ਤਪ ਅਸਥਾਨ ਮਟਾਵੇ, ਭੋਰਾ ਸਾਹਿਬ ਮਟਾਵੇ। 26 ਸਾਲ 9 ਮਹੀਨਿਆਂ ਦੀ ਲੱਗੀ ਤਖਤੀ ਚੁੱਕੇ। ਜੇ ਕਿਸੇ ਨੇ ਮਾਈ ਨੇ ਕਿਸੇ ਨੇ ਲਾਲ ਜੰਮਿਆ, ਜੇ ਕੋਈ ਕਹਿੰਦਾ ਵੀ ਇਹ ਮਰਿਆਦਾ ਤੇ ਉਹ ਮਰਿਆਦਾ, ਉਹਨੂੰ ਪਹਿਲਾਂ ਕਰੋ ਹਾਂ ਸਿੱਧਾ, ਫੇਰ ਸੰਗਤ ਵੇਖੇ ਤੁਹਾਨੂੰ ਵੀ ਇਹ ਭੋਰਾ ਸਾਹਿਬ ਹੈਗਾ ਕਿ ਨਹੀਂ ਹੈਗਾ, ਇਹ ਨਵੇਂ ਪਾਤਸ਼ਾਹ ਦਾ ਤਪ ਅਸਥਾਨ ਹੈਗਾ ਕਿ ਨਹੀਂ ਹੈਗਾ, ਇੱਥੇ 26 ਸਾਲ 9 ਮਹੀਨੇ ਤਪ ਬੰਦਗੀ ਮਹਾਰਾਜ ਨੇ ਕੀਤੀ ਕਿ ਨਹੀਂ ਕੀਤੀ। ਹੁਣ ਜਿਨ੍ਹਾਂ ਬਜ਼ੁਰਗਾਂ ਨੇ ਐਡੇ ਐਡੇ ਦਰਬਾਰ ਬਣਾਏ ਹੈ, ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਉਹਨਾਂ ਨੂੰ ਹੁਣ ਤੁਸੀਂ ਗਲਤ ਕਰ ਦੋਗੇ। ਸੋ ਇਸ ਕਰਕੇ ਗੱਲਾਂ ਕਈ ਐਸੀਆਂ ਹੁੰਦੀਆਂ ਵੀ ਲੋਕ ਜਿਹੜੇ ਆ ਨਾ, ਉਹ ਕਥਾ ਸੁਣ ਨਹੀਂ ਆਉਂਦੇ, ਉਹ ਬਸ ਕਹਿੰਦੇ ਵੀ ਆਹ ਗੱਲ ਨੋਟ ਕਰਕੇ ਤੇ ਹੁਣ ਉੱਥੇ ਜਾ ਕੇ ਕਹਿਣਾ ਵੀ ਉਹਨੇ ਇੱਦਾਂ ਕਹਿਤਾ। ਮਹਾਰਾਜ ਸਾਹਿਬ ਦੇ ਜਿਹੜੀ ਕੋਈ ਇਤਿਹਾਸ ਵਿੱਚ, ਰਹਿਤਨਾਮਿਆਂ 'ਚ, ਗੁਰਬਾਣੀ 'ਚ ਜੋ ਲਿਖਿਆ ਹੈ ਉਹ 'ਤੇ ਡਟ ਕੇ ਪਹਿਰਾ ਦੇਵਾਂਗੇ, ਜਿੰਨੇ ਜਿੱਥੇ ਜ਼ੋਰ ਲਾਉਣਾ ਲਾ ਲਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ, ਗੁਰੂ ਸਾਹਿਬ ਦਾ ਸਿਧਾਂਤ, ਪੁਰਾਣੇ ਗੁਰਸਿੱਖਾਂ ਦੀਆਂ ਬਖਸ਼ਿਸ਼ਾਂ, ਅਸੀਂ ਉਹਨਾਂ ਦੇ ਗੁਣ ਗਾਉਂਦੇ ਰਹਿਣਾ, ਉਹਨਾਂ ਦੀ ਮਹਿਮਾ ਕਰਦੇ ਰਹਿਣਾ ਹੈ। ਜਿਹੜੇ ਆਪ ਸਾਧ ਸੰਗਤ ਸ਼ਰਾਬਾਂ ਦੇ ਕੇ ਵੋਟਾਂ ਮੰਗਦੇ, ਉਹ ਸਾਨੂੰ ਮਰਿਆਦਾ ਦੱਸਣਗੇ ਵੀ ਮਰਿਆਦਾ ਕੀ ਹੁੰਦੀ ਹੈ। ਤੁਸੀਂ ਇਹ ਦੱਸੋ ਵੀ ਜਿਹੜੀਆਂ ਵੋਟਾਂ ਹੁੰਦੀਆਂ, ਕਦੀ ਬਿਨਾਂ ਸ਼ਰਾਬ ਵੰਡਿਆਂ ਸਾਰੀਆਂ ਵੋਟਾਂ ਪੈਂਦੀਆਂ। ਬਹੁਤੇ ਲੋਕ ਤਾਂ ਸ਼ਰਾਬ ਦੀ ਬੋਤਲ ਲੈ ਕੇ ਫੇਰ ਵੋਟ ਪਾਉਂਦੇ ਆ, ਸਭ ਨੂੰ ਪਤਾ, ਕਿਸੇ ਕੋਲ ਗੱਲ ਲੁਕੀ ਛਿਪੀ ਹੈ। ਤੇ ਜਿਹੜੇ ਵੋਟਾਂ ਲੈਂਦੇ ਨੇ ਸ਼ਰਾਬਾਂ ਪਿਆ ਕੇ, ਉਹ ਸਾਨੂੰ ਦੱਸਣਗੇ ਵੀ ਮਰਿਆਦਾ ਐਦਾਂ ਹੁੰਦੀ ਹੈ। ਸੋ ਇਸ ਕਰਕੇ ਜਦੋਂ ਕੋਈ ਇਹ ਕਥਾ 'ਚ ਆਉਣ ਨਾ, ਇਹਨਾਂ ਨੂੰ ਸਮਝਿਆ ਕਰੋ ਰਾਮ ਕ੍ਰਿਸ਼ਨ ਉਹ ਅਵਤਾਰੀ ਪੁਰਖ ਕੀ ਕੱਢ ਦੋਗੇ ਵਿੱਚੋਂ ਬਾਣੀ ਦੇ। ਨਿਤ ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤਿਓ ਪਾਇਆ। ਇੱਥੇ ਗੁਰੂ ਨੇ ਇਹ ਤਾਂ ਨਹੀਂ ਕਿਹਾ ਵੀ ਕੇਵਲ ਜਦੋਂ ਗੁਰੂ ਨਾਨਕ ਸਾਹਿਬ ਆਏ ਉਸ ਤੋਂ ਬਾਅਦ ਭਗਤ ਪੈਦਾ ਹੋਏ ਨੇ। ਸਾਡਾ ਗੁਰੂ ਕਹਿ ਰਿਹਾ ਵੀ ਹਰ ਜੁਗ ਜੁਗ ਭਗਤਿਓ ਪਾਇਆ। ਇਹਦਾ ਭਾਵ ਹੈ ਸਤਜੁਗ ਵਿੱਚ ਵੀ ਭਗਤ ਨੇ। ਜੇ ਅਸੀਂ ਉਹਨਾਂ ਦਾ ਨਾਮ ਲਵਾਂਗੇ ਤਾਂ ਫਿਰ ਕਿਹੜੀ ਇਹਨਾਂ ਨੂੰ ਅੱਗ ਲੱਗਦੀ ਹੈ। ਦੁਆਪਰ ਵਿੱਚ ਭਗਤ ਨੇ, ਗੁਰੂ ਸਾਹਿਬ ਕਹਿ ਰਹੇ, ਤ੍ਰੇਤੇ ਦੇ ਰੱਬ ਦੇ ਭਗਤ ਹੋਏ ਨੇ। ਗੁਰੂ ਦੀ ਬਾਣੀ ਕਹਿ ਰਹੀ ਹੈ ਨਾ ਵੀ ਕੋਈ ਬੰਦਾ ਕੋਈ ਥੋੜਾ ਕਹਿ ਰਿਹਾ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤ ਪ੍ਰਹਿਲਾਦ, ਇਹਦੀਆਂ ਸਾਖੀਆਂ ਜਿਹੜੀਆਂ ਨੇ, ਇਹਨਾਂ ਨੂੰ ਕੱਢ ਦੋਗੇ ਬਾਣੀ ਜੋ ਤੁਸੀਂ ਹੁਣ ਵੀ ਇਹ ਸਨਾਤਨੀਆਂ ਨੇ ਲਿਖੀਆਂ ਨੇ, ਵੀ ਹਿੰਦੂ ਗ੍ਰੰਥਾਂ 'ਚ ਲਿਖੀਆਂ ਨੇ ਵਿਸਥਾਰ ਨਾਲ। ਹਰਨਾਕਸ਼ ਦੀ ਕਥਾ ਤਾਂ ਹਿੰਦੂ ਗ੍ਰੰਥਾਂ 'ਚ ਲਿਖੀ ਹੈ ਨਾ, ਵਿਸਥਾਰ ਨਾਲ ਕਥਾ ਜਿਹੜੀ ਹੈ ਉਹ ਭਗਤ ਪ੍ਰਹਿਲਾਦ ਦੀ ਹਿੰਦੂ ਗ੍ਰੰਥਾਂ 'ਚ ਲਿਖੀ ਹੈ। ਨਾਰਦ ਮੁਨੀ ਨੇ ਉਹਨੂੰ ਉਪਦੇਸ਼ ਦਿੱਤਾ ਹੈ। ਉਹ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਭਗਤ ਧਰੂ ਦੇ ਬਾਰੇ ਵੀ ਆਉਂਦਾ ਵੀ ਨਾਰਦ ਮੁਨੀ ਉਪਦੇਸ਼ਿਆ, ਵੀ ਭਗਤ ਧਰੂ ਨੂੰ ਨਾਰਦ ਨੇ ਉਪਦੇਸ਼ ਦਿੱਤਾ। ਇਹ ਕੱਢ ਲੋਗੇ ਤੁਸੀਂ। ਸਤਿਗੁਰੂ ਮਹਾਰਾਜ ਸਾਹਿਬ ਭਗਤੀ ਕਰਨ ਵਾਲੇ ਕਿਸੇ ਧਰਮ 'ਚ ਹੋਣ, ਕਿਸੇ ਜਾਤ ਵਿੱਚ ਹੋਣ, ਕਿਸੇ ਮਜ਼ਹਬ ਵਿੱਚ ਹੋਣ, ਕਿਸੇ ਯੁੱਗ ਵਿੱਚ ਹੋਣ, ਉਹਨਾਂ ਸਾਰਿਆਂ ਨੂੰ ਰੱਬ ਦੇ ਭਗਤ ਜਾਣ ਕੇ ਸਤਿਕਾਰ ਕਰਦੇ ਨੇ। ਇਹ ਸਿੱਖੀ ਦਾ ਨਵੇਕਲਾਪਨ ਸੀ। ਸੜ ਤੇ ਪਹਿਲਾਂ ਇੱਕ ਦੂਜੇ ਨਾਲ ਪਹਿਲੇ ਵੀ ਮਰਦੇ ਹੀ ਹੁੰਦੇ ਸਨ। ਇਸ ਕਰਕੇ ਸਾਧ ਸੰਗਤ ਜੀ ਹਮੇਸ਼ਾ ਗੁਰਬਾਣੀ ਤੋਂ ਸਿੱਖਣਾ ਹੈ। ਆਪਾਂ ਗੁਰਬਾਣੀ ਸਤਿਗੁਰੂ ਮਹਾਰਾਜ ਦੀ ਖੁਦ ਪੜ੍ਹੋ, ਵਿਚਾਰੋ। ਇੱਥੋਂ ਤੀਕਰ ਕਿਹਾ ਗਿਆ ਰਾਮ ਕ੍ਰਿਸ਼ਨ ਦਾ ਨਾਂ ਆਵੇ ਤੇ ਕਹਿੰਦੇ ਚੁੱਪ ਜੇ ਕਰਕੇ ਗੋਲਮੋਲ ਕਰ ਜਾਓ। ਕਿਉਂ ਕਰ ਜਾਓ? ਸਤਿਗੁਰੂ ਦੀ ਬਾਣੀ 'ਚ ਨਹੀਂ ਲਿਖਿਆ। ਸਾਹਿਬ ਪਾਤਸ਼ਾਹ ਨੇ ਇੱਥੇ ਹਰ ਸ਼ਬਦ ਲਿਖਿਆ ਹੈ। ਪੁਰਾਣੇ ਕਹਿੰਦੇ ਵੀ ਵਿਸ਼ਨੂੰ ਹੈ, ਹਰ ਦਾ ਭਾਵ ਹੈ ਵਿਸ਼ਨੂੰ, ਪੁਰਾਣੇ ਗ੍ਰੰਥਾਂ 'ਚ ਲਿਖਿਆ। ਇੱਥੇ ਗੁਰਬਾਣੀ ਵਿੱਚ ਹਰ ਦਾ ਸ਼ਬਦ ਹੈ, ਜਿਹੜਾ ਪਾਪਾਂ ਨੂੰ ਹਰ ਲੈਣ ਵਾਲਾ, ਜਿਹੜਾ ਪਾਪਾਂ ਦਾ ਨਾਸ਼ਕ ਹੈ, ਜਿਹੜਾ ਦੁੱਖਾਂ ਨੂੰ ਹਰ ਲੈਣ ਵਾਲਾ, ਜਿਹੜਾ ਆਪਣੇ ਪਿਆਰਿਆਂ ਦੇ ਦੁੱਖ ਦੂਰ ਕਰਨ ਵਾਲਾ ਹੈ, ਜਿਹੜਾ ਉਸ ਹਰੀ ਵਾਹਿਗੁਰੂ ਦੀ ਸ਼ਰਨ ਵਿੱਚ ਜਾਵੇ, ਜਿਹੜਾ ਉਸ ਮਾਲਕ ਦੀ ਸ਼ਰਨ ਵਿੱਚ ਪਵੇ, ਉਹ ਸਦਾ ਜਾਪ ਜਪਦਾ। ਜਿਹੜਾ ਜਾਪ ਜਪਦਾ ਏ ਉਹ ਹਰ ਹਰ ਕਰਦਿਆਂ ਹਰੀ ਦਾ ਰੂਪ ਹੀ ਹੋ ਜਾਂਦਾ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰ ਮਿਲੈ ਤਾਂ ਦੁਬਦਾ ਭਾਗੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਿਰ ਦੱਸੋ ਵੀ ਦੁਬਦਾ ਜੀ ਕਿਉਂ ਪਈ ਹੈ ਸਾਨੂੰ? ਕਹਿੰਦੇ ਸਤਿਗੁਰੂ ਦੀ ਸ਼ਰਨ ਨਹੀਂ ਆਏ ਤੁਸੀਂ। ਫਿਰ ਦੁਬਦਾ ਕਿਵੇਂ ਮਿਟੇ? ਕਹਿੰਦੇ ਸਤਿਗੁਰੂ ਦੇ ਨਾਲ ਮਿਲੋ।
क्योंकि सतगुर मिलै तां दुविधा भागै, अपनी दुविधा नाश करो, ना कि अपनी निंदा ईर्खा का इजहार करो। दुविधा की होंदी? दो चित्तापन, दुविधा रहनी हर समय, निश्चय ही नहीं होना। उम्रां लंघ जांदियां ने, भरोसा ही नहीं होंदा महाराज की बाणी ते। कई वार कहते बाणी सब कुछ है, कई वार कहते नहीं कुछ भी नहीं है। ये बहुते लोगों का इत्थे ही काम लंघ जाता। दुविधा पई रहिंदी, दो चित्तापन, हर समय किसी चीज़ का निर्णय ना कर पाउणा, उहनूं कहंदे ने दुविधा। जिहड़ा किसी गल दे निर्णय ते ना पहुँचना, जिहड़ा किसी गल दे उत्ते भरोसा ना कर सकना, एक गल ते ठहरना ही ना, वो है दुविधा। ये उन्ना चਿਰ पई रहिंदी जिन्ना चਿਰ सतगुर नहीं मिलते। आपां कहांगे असीं गुरु साहिब नूं रोज़ आउणे आ, ये बाहरी मिलिया नहीं, अंतरात्मे मिलना है। जो अंदरों मिल गया ना, मन नहीं मिलिया, कह दिंदे ना, बैठे भी होइए चार जाने इकट्ठे, कोई आखे भी तू उन्हां गल्लां नहीं सी करदा, कहंदे मेरा उहदे नाल मन नहीं मिलदा। लागो लाग बैठे भी बंदे जिहड़े ने, मन उन्हां दा भी नहीं मिलदा। एक थां रहण वालियां दा, एक घर विच रहण वालियां दा, एक परिवार च रहण वालियां दा मन नहीं कई वार मिलदा, ਉਹ ਫਿਰ ਦੁਖਦਾਈ ਹੁੰਦਾ। ਇੱਕ ਜਿਹੜਾ ਘਰ ਦੇ ਇੱਕ ਕਮਰੇ ਵਿੱਚ ਸੌਣ ਵਾਲਿਆਂ ਦੇ ਮਨ ਨਹੀਂ ਮਿਲਦੇ, ਮਨ ਮਿਲੇ ਤੋਂ ਬਗੈਰ ਨਹੀਂ ਗੱਲ ਬਣਦੀ। ਸਤਿਗੁਰੂ ਸਾਹਿਬ ਕਹਿੰਦੇ ਵੀ ਸਤਿਗੁਰੂ ਨੂੰ ਮਿਲ, ਅੰਦਰੋਂ ਮਿਲ, ਮਨ ਮਿਲਣਾ ਚਾਹੀਦਾ ਕਿ ਤੇਰੇ ਮਨ 'ਚ ਭਰੋਸਾ ਹੋਵੇ ਵੀ ਜਿਹੜੀ ਗੱਲ ਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ ਨੇ ਮੇਰੇ ਲਈ ਇਹੀ ਅੰਤਮ ਸੱਚ ਹੈ, ਗੁਰੂ ਤੋਂ ਬਗੈਰ ਮੇਰੇ ਲਈ ਹੋਰ ਕੁਝ ਵੀ ਨਹੀਂ ਹੈ। ਜੋ ਗੁਰੂ ਨੇ ਕਹਿ ਤਾ ਬਸ ਇਹ ਸੱਚ ਹੈ, ਬਾਕੀ ਸਭ ਕੁਝ ਝੂਠ ਹੈ। ਇਹ ਮਨ ਮਿਲੇ ਦੀਆਂ ਗੱਲਾਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਤਿਗੁਰੂ ਦੇ ਨਾਲ ਅੰਦਰੋਂ ਮਿਲ ਜਾਂਦਾ ਹੈ, ਸਤਿਗੁਰ ਮਿਲੇ ਤਾਂ ਦੁਬਿਧਾ ਭਾਗੈ, ਉਹਦੀ ਫਿਰ ਦੁਬਿਧਾ ਜਿਹੜੀ ਹੈ ਅੰਦਰੋਂ ਨਾਸ ਹੋ ਜਾਂਦੀ, ਭੱਜ ਜਾਂਦੀ ਹੈ, ਨਸ਼ਟ ਹੋ ਜਾਂਦੀ ਹੈ। ਕਮਲ ਵਿਗਾਸ ਮਨ ਹਰਿ ਪ੍ਰਭ ਲਾਗੈ। ਕਮਲ ਵਿਗਾਸ, ਜਿਹੜਾ ਕਮਲ ਵਿਗਾਸ ਮਨ ਹਰਿ ਪ੍ਰਭ ਲਾਗੈ, ਕਹਿੰਦੇ ਵੀ ਜਦੋਂ ਹਰੀ ਪ੍ਰਭੂ ਪਰਮੇਸ਼ਰ ਦੇ ਵਿੱਚ ਮਨ ਲੱਗ ਜਾਂਦਾ ਹੈ ਨਾ, ਮਨ ਜੁੜ ਜਾਂਦਾ ਹੈ, ਤਾਂ ਹਿਰਦਾ ਜਿਹੜਾ ਕਮਲ ਹੈ ਇਹ ਖੇੜ ਆਉਂਦਾ ਹੈ, ਇਹ ਮਨ ਵਿੱਚ ਖੇੜਾ ਆ ਜਾਂਦਾ। ਹਰੀ ਪਰਮੇਸ਼ਰ ਦੇ ਵਿੱਚ ਜਦੋਂ ਸੁਰਤ ਜੁੜ ਗਈ, ਉੱਦਾਂ ਬੰਦਾ ਐਵੇਂ ਸੜਦਾ ਰਹਿੰਦਾ, ਹਰ ਸਮੇਂ ਸੜਦਾ ਹੈ, ਬਿਨਾਂ ਕਾਰਨ ਹੀ ਸੜਦਾ ਹੈ। ਸਤ ਸੰਗਤ ਇਹ ਸਾਡੇ ਜੀਵਨ ਦੀਆਂ ਗੱਲਾਂ ਹਨ, ਘਟਨਾਵਾਂ ਹਨ। ਆਮ ਕਰਕੇ ਭਾਵੇਂ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ, ਪਰ ਫਿਰ ਵੀ ਅਸੀਂ ਕਿਸੇ ਦੀ ਪ੍ਰਭਤਾ ਵੇਖ ਕੇ, ਕਿਸੇ ਦਾ ਕੋਈ ਗੁਣ ਵੇਖ ਕੇ, ਕਿਸੇ ਦਾ ਸੁੱਖ ਵੇਖ ਕੇ ਸੜਦੇ ਹਾਂ। ਇਹਨਾਂ ਚੀਜ਼ਾਂ ਚੋਂ ਕੱਢਣ ਲਈ ਸਾਨੂੰ ਮਹਾਰਾਜ ਨੇ ਬਾਣੀ ਉਚਾਰੀ ਹੈ, ਕਿਉਂਕਿ ਇਹ ਸਾਲਾ ਅੰਦਰੋਂ ਨਿਕਲ ਜਾਵੇ। ਇੱਕ ਦੂਜੇ ਨਾਲ ਖਹਿ ਖਹਿ ਮਰਨ ਵਾਲਾ ਕੰਮ, ਜਿਹੜਾ ਹੁਣ ਖਹਿ ਮਰਦੇ ਬਾਹਮਣ ਮੁਲਾਣੇ, ਉਹ ਵੀ ਤਾਂ ਧਰਮ ਦੇ ਆਗੂ ਹੀ ਸੀ, ਤੇ ਇਹ ਤੋਂ ਇਹ ਵੀ ਨਹੀਂ ਭਾਵ ਕਿ ਉਹੀ ਮਰਦੇ ਸੀ, ਸਾਡੇ ਉਹਨਾਂ ਤੋਂ ਜ਼ਿਆਦਾ ਲੜ ਲੜ ਮਰਦੇ ਆਪਸ ਵਿੱਚ। ਹਾਲਾਂ ਬਾਹਮਣ ਮੁਲਾਣੇ ਘੱਟ ਲੜਦੇ ਹੋਣਗੇ। ਗੁਰੂ ਸਾਹਿਬ ਨੂੰ ਜਿਹੜਾ ਗਲਤ ਲੱਗਿਆ ਮਹਾਰਾਜ ਨੇ ਉਹੀ ਬੋਲਤਾ। ਅਖਰੀ ਅਰਥ ਤਾਂ ਇਹੀ ਰਹੂਗਾ ਵੀ ਬਾਹਮਣ ਤੇ ਮੁਲਾਣੇ ਮਹਾਰਾਜ ਕਹਿੰਦੇ ਆਪਸ ਵਿੱਚ ਝਗੜਦੇ ਨੇ, ਪਰ ਜਦੋਂ ਭਾਵ ਅਰਥ ਲਵਾਂਗੇ ਉਦੋਂ ਸਾਰੇ ਧਰਮਾਂ ਦੇ ਆਗੂ ਵਿੱਚ ਆ ਜਾਣਗੇ। ਗੁਰਬਾਣੀ ਦੇ ਅਖਰੀ ਅਰਥ ਵੀ ਹੁੰਦੇ ਨੇ ਤੇ ਨਾਲ ਭਾਵ ਅਰਥ ਵੀ ਹੁੰਦੇ ਨੇ। ਅਖਰੀ ਅਰਥ ਜਿਹੜੇ ਹਨ ਉਹ ਇੱਕੋ ਤਰ੍ਹਾਂ ਦੇ ਹੋ ਸਕਦੇ ਨੇ, ਭਾਵ ਅਰਥ ਸਾਰੀ ਗੱਲ ਖੁੱਲ ਜਾਂਦੀ ਹੈ। ਇਹਦਾ ਖਹਿ ਖਹਿ ਕੇ ਸਾੜੇ ਨਾਲ ਮਰਦੇ ਹਾਂ। ਸਤਿਗੁਰੂ ਕਹਿੰਦੇ ਵੀ ਇਹ ਸਾੜਾ ਦੂਰ ਹੋ ਜਾਊਗਾ, ਅੰਦਰ ਖੇੜਾ ਆ ਜਾਊਗਾ, ਅੰਦਰ ਵਿਗਾਸ ਆਨੰਦ ਆ ਜਾਵੇਗਾ, ਅੰਦਰ ਖੇੜਾ ਆ ਜਾਵੇਗਾ। ਆਵੇਗਾ ਕਦੋਂ? ਜਦੋਂ ਹਰੀ ਪ੍ਰਭੂ ਦੇ ਚਰਨਾਂ ਦੇ ਨਾਲ ਮਨ ਲੱਗੇਗਾ, ਜਾਂ ਹਰੀ ਦੇ ਚਰਨਾਂ ਵਿੱਚ ਲੱਗਣ ਕਰਕੇ ਹੀ ਮਨ ਵਿੱਚ ਵਿਗਾਸ ਖੇੜਾ ਆਉਂਦਾ ਏ। ਜੀਵਤ ਮਰੈ ਮਹਾਰਸ ਆਗੈ। ਫਿਰ ਗੱਲ ਦੁਹਰਾਉਂਦੇ ਨੇ ਆਪਣੀ ਮਹਾਰਾਜ, ਜੋ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਨਾ, ਕਹਿੰਦੇ ਦੋ ਵਾਰਾਂ ਕਹਿ ਦਿੱਤਾ ਵੀ ਜੀਵਤ ਭਾਵ ਤੋਂ ਮਰ ਜਾ। ਹੁਣ ਤੀਜੀ ਵਾਰ ਐਸੇ ਸ਼ਬਦ ਜੀ ਕਹਿੰਦੇ ਨੇ ਜੀਵਤ ਮਰੈ, ਜਿਹੜਾ ਜਿਉਂਦਿਆਂ ਹੀ ਮਾੜੇ ਕੰਮ ਕਰਨ ਵੱਲੋਂ ਮਰ ਜਾਂਦਾ ਹੈ। ਮਹਾਰਸ ਆਗੈ, ਅੱਗੇ ਉਹਨੂੰ ਕਹਿੰਦੇ ਮਹਾਰਸ, ਕਹਿੰਦੇ ਨੇ ਬ੍ਰਹਮਾ ਆਨੰਦ ਨੂੰ। ਉਹ ਆਨੰਦ ਜਿਹੜਾ ਕਦੀ ਮਿਟਦਾ ਨਹੀਂ। ਇੱਕ ਤਾਂ ਹੁੰਦਾ ਵਿਸ਼ਿਆ ਆਨੰਦ, ਕੋਈ ਭੋਜਨ ਖਾ ਰਹੇ ਆਪਾਂ, ਜਿੰਨਾ ਕੁ ਚਿਰ ਖਾਂਦੇ ਹਾਂ ਸਵਾਦਲਾ ਭੋਜਨ, ਕਹਿੰਦੇ ਬੜਾ ਆਨੰਦ ਆਇਆ, ਉਹ ਥੋੜ੍ਹੇ ਸਮੇਂ ਬਾਅਦ ਉਹ ਕੰਮ ਮਿਟ ਜਾਂਦਾ। ਕੋਈ ਬੜੇ ਚਾਅ ਸਵਾਦ ਕਈ ਵਾਰਾਂ ਕੋਈ ਬਹੁਤਾ ਖਾ ਜਾਂਦੇ, ਬਾਅਦ 'ਚ ਔਖੇ ਹੁੰਦੇ ਨੇ, ਮਤਲਬ ਉਹ ਸਵਾਦ ਝੂਠਾ ਸੀ। ਕਈ ਵਿਸ਼ਿਆਂ ਨੂੰ ਆਨੰਦ ਮੰਨਦੇ, ਉਹ ਵਿਸ਼ੇ ਹੀ ਭੋਗੀ ਜਾਂਦੇ ਆ, ਉਹ ਉਸ ਨੂੰ ਆਨੰਦ ਮੰਨਦੇ ਨੇ।
ਪਹਿਲਾਂ ਮੰਨਦੇ ਨੇ, ਬਾਅਦ 'ਚ ਫਿਰ ਮੁਰਝਾ ਜਾਂਦੇ, ਫਿਰ ਉਧਰ ਹੁੰਦੇ, ਫਿਰ ਮੁਰਝਾ ਜਾਂਦੇ ਹਨ। ਇਸੇ ਪ੍ਰਕਾਰ ਵਿਸ਼ਾ ਆਨੰਦ, ਦੁਨੀਆ ਦੇ ਜਿਹੜੇ ਆਨੰਦ ਮੰਨੇ ਨੇ, ਇਹ ਪਹਿਲਾਂ ਆਨੰਦ ਲੱਗਦੇ ਨੇ, ਬਾਅਦ ਵਿੱਚ ਦੁਖਦਾਈ ਹੁੰਦੇ ਹਨ। ਜਿਵੇਂ ਖੰਡ ਖਾਈ ਜਾਈਏ ਮਿੱਠੀ ਲੱਗਦੀ ਹੈ, ਕਿਹੜੀ ਕੌੜੀ ਲੱਗਦੀ ਹੈ। ਖੰਡ ਕਿਹੜੀ ਦੰਦੀ ਵੜਦੀ ਜਦੋਂ ਖਾਈਏ ਆਪਾਂ, ਖਾਈ ਜਾਓ। ਜਦੋਂ ਉਹਦੇ ਨਾਲ ਬਿਮਾਰੀਆਂ ਹੁੰਦੀਆਂ ਫਿਰ ਡਾਕਟਰ ਕਹਿੰਦਾ ਬਿਲਕੁਲ ਬੰਦ ਹੀ ਕਰ ਦਿਓ। ਹੁਣ ਉਹਦੇ ਨਾਲ ਖਾਣ ਨਾਲ ਭਾਵ ਕਿ ਅਸੀਂ ਉਹਨੂੰ ਮਿੱਠਾ ਸਮਝਿਆ, ਪਰ ਉਹ ਸਾਡੇ ਲਈ ਦੁਖਦਾਈ ਹੋ ਗਿਆ। ਇਸੇ ਤਰ੍ਹਾਂ ਦੁਨੀਆ ਦੇ ਕੰਮ ਚੰਗੇ ਸਮਝ ਕੇ ਕਰਦੇ ਹੈ ਦੁਖਦਾਈ, ਪਰ ਪਰਮੇਸ਼ਰ ਦਾ ਜਿਹੜਾ ਆਨੰਦ ਹੈ ਨਾ, ਉਹ ਸਾਨੂੰ ਲੱਗਦਾ ਹੈ ਵੀ ਦੁਖਦਾਈ ਹੈ। ਜਿਵੇਂ ਜਿਹੜਾ ਕੋਈ ਕਾੜਾ ਰਿੰਨ ਕੇ ਪੁਰਾਣੇ ਬਜ਼ੁਰਗ ਪਿਆਉਂਦੇ ਹੁੰਦੇ ਸੀ, ਹੁੰਦਾ ਤੇ ਉਹ ਕੌੜਾ ਹੈ, ਪਰ ਜਦੋਂ ਉਹਨੂੰ ਕੋਈ ਪੀ ਲਵੇ ਤੇ ਉਹ ਤੋਂ ਬਾਅਦ ਕਹਿੰਦੇ ਵੀ ਮੇਰਾ ਤੇ ਸਰੀਰ ਕਹਿੰਦੇ ਐ ਕਾਇਮ ਹੋ ਗਿਆ, ਵੀ ਕਾੜਾ ਪੀ ਕੇ। ਦਵਾਈ ਹੁੰਦੀ ਤਾਂ ਕੌੜੀ ਹੈ। ਜਦੋਂ ਕਿਸੇ ਪਸ਼ੂ ਨੂੰ ਆਪਾਂ ਉਹਦੀ ਬਿਮਾਰੀ ਦੂਰ ਕਰਨ ਦੇ ਲਈ ਮਸਾਲਾ ਦਿੰਦੇ ਆ ਨਾ, ਉਹ ਕਦੇ ਆਪਣੇ ਆਪ ਨਹੀਂ ਲੈ ਲੈਂਦਾ, ਕਿੰਨੇ ਕਸ਼ਟਾਂ ਦੇ ਨਾਲ ਉਹਦੇ ਮੂੰਹ ਦੇ ਵਿੱਚ ਹੱਥ ਪਾਓ, ਇੱਕ ਨਾਲ ਭਰ ਕੇ ਧੱਕੇ ਨਾਲ ਅੰਦਰ ਭੇਜੋ, ਗਲੇ ਵਿੱਚ ਪਾਓ, ਉਹ ਤੜਫਦਾ ਗਾੜੀਆਂ। ਉਹਨੂੰ ਤਾਂ ਇਹ ਲੱਗਦਾ ਨਾ ਵੀ ਮੈਨੂੰ ਦੁਖੀ ਕਰ ਰਹੇ, ਪਰ ਜਦੋਂ ਉਹਦੇ ਅੰਦਰ ਚਲੇ ਜੇ, ਉਹਦਾ ਰੋਗ ਦੂਰ ਹੋ ਗਿਆ, ਉਹ ਠੀਕ ਹੋ ਗਿਆ, ਫਿਰ ਉਹਦੇ ਲਈ ਸੁਖਦਾਈ ਇਹ ਚੀਜ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ, ਨਾਮ ਜਪਣ ਦੀ ਗੱਲ ਕਹਿਣੀ ਜਾਂ ਸੁਣਨੀ ਜਾਂ ਨਾਮ ਜਪਣਾ ਲੱਗਦਾ ਸਾਨੂੰ ਦੁਖਦਾਈ ਹੈ। ਕਹਿੰਦੇ ਐਵੇਂ ਗੱਲਾਂ ਹੀ ਬਣੀਆਂ ਹਨ, ਕੁਝ ਨਹੀਂ ਹੁੰਦਾ ਇਹਦੇ ਨਾਲ, ਪਰ ਜਦੋਂ ਉਹ ਆਨੰਦ ਆਉਂਦਾ ਹੈ ਨਾ ਫੇਰ ਪਤਾ ਲੱਗਦਾ। ਕਹਿੰਦੇ ਆਹ ਤਾਂ ਖੇਡ ਹੀ ਵੱਖਰੀ ਸੀ। ਜਿਵੇਂ ਕਿਸੇ ਦੀ ਨਿਗਾਹ ਹੋਵੇ ਘੱਟ ਹੋਵੇ ਤੇ ਉਹਨੂੰ ਜਦੋਂ ਫਿਰ ਵੇਖਦਾ ਹੈ ਨਾ, ਸਿਰ ਦੁਖਣ ਲੱਗ ਪੈਂਦਾ ਹੈ। ਧੁੰਦਲਾ ਦਿਖਦਾ ਤੇ ਜਿੰਨਾ ਕੁ ਦਿਖਦਾ ਹੈ ਉਹ ਸਿਰ ਨੂੰ ਦਿਖਾਉਣ ਵਾਲਾ ਹੁੰਦਾ। ਉਹ ਜਦੋਂ ਵੈਦ ਕੋ ਜਾਂਦਾ, ਫਿਰ ਡਾਕਟਰ ਕੋ, ਐਨਕਾਂ ਵਾਲੇ ਕੋ, ਉਹ ਅੱਗੇ ਸ਼ੀਸ਼ਾ ਰੱਖਦਾ, ਕਹਿੰਦਾ ਵੇਖ ਹੁਣ ਠੀਕ ਕਿ ਹੁਣ ਠੀਕ, ਇੱਦਾਂ ਦੀ ਬੋਲੀ ਹੁੰਦੀ ਉਹਨਾਂ ਦੀ। ਉਹਨੇ ਕਹੀ ਜਾਣਾ ਹੁਣ ਠੀਕ ਕਿ ਹੁਣ ਠੀਕ, ਤੇ ਉਹ ਮਰੀਜ਼ ਕਹਿੰਦਾ ਨਹੀਂ ਜੀ ਭਾਰ ਪੈਂਦਾ ਹਾਲਾਂ ਵਿੱਚ, ਕਰਦਿਆਂ ਹੋਰ ਤੇ ਜਦੋਂ ਐਨ ਸ਼ੀਸ਼ਾ ਅੱਖਾਂ ਦੇ ਨਾਲ ਮਿਲ ਜਾਂਦਾ, ਨੰਬਰ ਮਿਲ ਜਾਂਦਾ ਨਿਗਾਹ ਦਾ, ਕਹਿੰਦਾ ਹਾਂ ਹੁਣ ਮੇਰਾ ਸਿਰ ਹੌਲਾ ਹੋ ਗਿਆ, ਹੁਣ ਬਿਲਕੁਲ ਸਾਫ਼ ਦਿਖਣ ਲੱਗ ਪਿਆ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ, ਜਿੰਨਾ ਚਿਰ ਉਹ ਆਨੰਦ ਦੀਆਂ ਐਨਕਾਂ ਨਹੀਂ ਲੱਗਦੀਆਂ, ਉਹਨਾਂ ਚਿਰ ਇਉਂ ਲੱਗਦਾ ਝੋਲਾ ਹੀ ਦਿਖਦਾ ਵੀ ਹੁੰਦਾ ਹੀ ਕੁਝ ਨਹੀਂ, ਸਿਰ ਦੁਖਦਾ। ਜਿਵੇਂ ਸਿਰ ਦੇ ਉੱਤੇ ਕਿਸੇ ਨੇ ਪੰਡ ਚੁੱਕੀ ਹੋਵੇ, ਪੰਡ ਚੁੱਕਣ ਦੀ ਆਦਤ ਪੈ ਜਾਵੇ, ਭਾਰ ਚੁੱਕੀ ਜਾਵੇ, ਉਹ ਸਮਝ ਲੈਂਦਾ ਵੀ ਇਹੀ ਜ਼ਿੰਦਗੀ। ਪਰ ਜਿੱਦਣ ਸਰੀਰ ਦੇ ਉੱਤੇ ਭਾਰ ਚੁੱਕਿਆ ਸੁੱਟ ਦਵੇ, ਕਹਿੰਦਾ ਲੈ ਆਦਮ ਸਰੀਰ ਫੁੱਲ ਵਰਗਾ ਹੌਲਾ ਹੋ ਗਿਆ, ਮੈਂ ਸਮਝਿਆ ਸੀ ਵੀ ਇਹੀ ਜੀਵਨ ਹੁੰਦਾ ਹੈ। ਐਵੇਂ ਹੀ ਸਾਹਿਬ ਜੀ ਕਹਿੰਦੇ ਵੀ ਵਿਸ਼ੇ ਆਨੰਦ ਨੂੰ ਬੰਦਾ ਸਮਝ ਲੈਂਦਾ ਵੀ ਇਹੀ ਸਭ ਕੁਝ ਹੈ, ਪਰ ਜੇ ਜੀਦਿਆਂ ਹੀ ਅਵਗਣ ਛੱਡ ਦਵੇ ਤਾਂ ਆਉਣ ਵਾਲੀ ਜ਼ਿੰਦਗੀ 'ਚ ਆਗੇ ਤੋਂ ਭਾਵ ਅੱਗੇ, ਜਿਵੇਂ ਇੱਥੇ ਲਿਖਿਆ ਹੁੰਦਾ ਨਾ ਵੀ ਅੱਗੇ ਮੋੜ ਹੈ, ਅੱਗੇ ਆਹ ਹੈ, ਮਹਾਰਾਜ ਕਹਿੰਦੇ ਅੱਗੇ ਆਉਣ ਵਾਲੇ ਜੀਵਨ ਵਿੱਚ ਫਿਰ ਬ੍ਰਹਮਾ ਆਨੰਦ ਹੈ। ਐਸਾ ਆਨੰਦ ਆਵੇਗਾ ਵੀ ਸਦਾ ਖੇੜੇ 'ਚ ਰਹੋਗੇ। ਲੋਕ ਆਖਣਗੇ ਕਿੱਦਾਂ ਦਾ ਬੰਦਾ ਵੀ ਇਹਨੂੰ ਕੋਈ ਦੁੱਖ ਹੀ ਨਹੀਂ ਲੱਗਦਾ, ਇਹਦੀ ਕੋਈ ਨਿੰਦਾ ਕਰੀ ਜਾਵੇ ਪਰਵਾਹ ਹੀ ਨਹੀਂ ਕਰਦਾ, ਇਹਨੂੰ ਜੋ ਮਰਜ਼ੀ ਕੋਈ ਕਰੀ ਜਾਵੇ ਕੁਝ। ਜਿਵੇਂ ਇੱਕ ਕੋਈ ਨਿੰਦਕ ਜਿਹਾ ਚੱਲਿਆ, ਉਹਨੇ ਕਿਤਾਬ ਲਿਖੀ ਸੰਤਾਂ ਦੇ ਕੌਤਕ, ਬੜੀ ਉਹਨੇ ਮਹਾਂਪੁਰਖ ਸਾਰਿਆਂ ਦੀ ਨਿੰਦਾ ਕੀਤੀ, ਨਿੰਦਕ ਬੜੇ ਖੁਸ਼ ਹੋਏ। ਉਹ ਬਾਂਦਰਾਂ ਨੂੰ ਫੁੱਲੀਆਂ ਪਾਈਏ, ਉਹ ਇਕੱਠੇ ਹੋ ਜਾਂਦੇ ਨਾ ਸਾਰੇ ਹੀ, ਉਹ ਬੜੇ ਖੁਸ਼ ਹੋਏ। ਕਿਸੇ ਨੇ ਜਾ ਕੇ ਬਾਬਾ ਅਵਤਾਰ ਸਿੰਘ ਜੀ ਨੂੰ ਕਹਿ ਦਿੱਤਾ ਵੀ ਮਹਾਂਪੁਰਖੋ ਤੁਹਾਡੇ ਲਾਗੇ ਰਹਿੰਦਾ ਇਹ ਸਭਰਾ ਦੇ ਇੰਨਾ ਤੁਹਾਡੇ ਖਿਲਾਫ ਬੋਲਿਆ। ਮਹਾਂਪੁਰਖ ਹੱਸ ਕੇ ਕਹਿਣ ਲੱਗੇ ਕਿ ਫਿਰ ਕੀ ਹੋ ਗਿਆ, ਉਹਦੇ ਦਿਲ ਦੀ ਰੀਝ ਵੀ ਪੂਰੀ ਉਹਨੂੰ ਕਰ ਲੈਣ ਦਿਓ, ਪਰਵਾਹ ਹੀ ਕੋਈ ਨਹੀਂ। ਜਿਹੜੇ ਦੂਸਰੇ ਲਾਗੇ ਬੰਨੇ ਉਹ ਸਗੋਂ ਆਖੀ ਜਾਣੇ ਨੂੰ ਫੜੀਏ, ਇਹਨੂੰ ਕੁੱਟੀਏ, ਆਹ ਕਰੀਏ ਉਹ ਕਰੀਏ। ਮਹਾਂਪੁਰਖ ਕਹਿੰਦੇ ਆਨੰਦ 'ਚ ਰਹੋ, ਜਿੰਨੀ ਉਹਦੀ ਮੱਤ ਹੈ ਉਹ ਆਪਣੀ ਵਰਤੀ ਜਾਂਦਾ ਹੈ, ਤੁਸੀਂ ਆਪਣੀ ਵਰਤੋ। ਇਹਨੂੰ ਕਹਿੰਦੇ ਨੇ ਬ੍ਰਹਮਾ ਆਨੰਦ ਆ ਜਾਣਾ। ਜਿਨ੍ਹਾਂ ਨੂੰ ਬ੍ਰਹਮਾ ਆਨੰਦ ਆ ਗਿਆ ਸਾਧ ਸੰਗਤ ਜੀ, ਉਹ ਫਿਰ ਕਿਸੇ ਪ੍ਰਕਾਰ ਦੇ ਨਾਲ ਦੁਖੀ ਨਹੀਂ ਹੁੰਦੇ। ਜਿਉਂਦਿਆਂ ਮਰਿਆਂ ਨੂੰ ਬ੍ਰਹਮਾ ਆਨੰਦ ਆਉਂਦਾ ਹੈ। ਜਿਉਂਦਿਆਂ ਆਪਣੇ ਅਵਗੁਣ ਛੱਡ ਦਿਓ, ਜਿਉਂਦਿਆਂ ਅਵਗੁਣਾਂ ਦਾ ਤਿਆਗ ਕਰ ਦਿਓ, ਉਹ ਬ੍ਰਹਮ ਆਨੰਦ ਦੇ ਵਿੱਚ ਰਹਿੰਦੇ ਹਨ। ਫਿਰ ਸਤਿਗੁਰ ਮਿਲਿਆ ਸਚ ਸੰਜਮ ਸੂਚੈ। ਸਤਿਗੁਰੂ ਸਾਹਿਬ ਜੀ ਨੂੰ ਜਿਹੜਾ ਮਿਲਦਾ ਹੈ, ਸਤਿਗੁਰ ਮਿਲਿਆ, ਗੁਰਾਂ ਦੇ ਨਾਲ ਮਿਲਣੇ ਕਰਕੇ ਹੀ ਸੱਚ ਸੰਜਮ, ਸੱਚਾ ਸੰਜਮ ਜਿਹੜਾ ਹੈ ਨਾ, ਉਹ ਤੇ ਜੀਵਨ ਦੀ ਸੁਚਮਤਾ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਸੰਜਮ ਜਿਹੜਾ ਉਹ ਕਹਿੰਦੇ ਨੇ ਵੀ ਜਿਵੇਂ ਅੱਖਾਂ ਬੰਦ ਕਰ ਲਓ, ਕਹਿੰਦੇ ਵੀ ਇਹਦੇ ਨਾਲ ਵੇਖੋ ਨਾ,
ਜਾਂ ਇੰਦਰੀਆਂ ਦਾ ਦਮਨ ਕਰਨਾ, ਇਹਨੂੰ ਸੰਜਮ ਕਹਿੰਦੇ ਨੇ। ਜਾਂ ਸੰਜਮ ਕਹਿੰਦੇ ਵੀ ਮੈਂ ਭੁੰਜੇ ਹੀ ਸੌਂਗਾ, ਕੋਈ ਇੱਦਾਂ ਦਾ ਸੰਜਮ ਰੱਖ ਲਿਆ, ਮੈਂ ਆਹ ਨਹੀਂ ਖਾਣਾ ਉਹ ਨਹੀਂ ਖਾਣਾ। ਸਾਹਿਬ ਕਹਿੰਦੇ ਵੀ ਅਸਲੀ ਸੰਜਮ ਇਹ ਹੈ ਵੀ ਅੱਖਾਂ ਨਾਲ ਤੂੰ ਸਾਰਿਆਂ ਵੱਲ ਵੇਖ, ਪਰ ਤੈਨੂੰ ਉਹਨਾਂ ਅੱਖਾਂ ਨਾਲ ਕਦੀ ਵਾਸ਼ਨਾ ਨਾ ਤੇਰੀ ਜਾਗੇ। ਸਤਿਗੁਰੂ ਮਹਾਰਾਜ ਕਹਿੰਦੇ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਹੈ, ਅੱਖਾਂ ਦੀ ਗੰਦਗੀ ਪਰੇ ਕਰ ਦੇ, ਅੱਖਾਂ ਨੂੰ ਸਾਫ਼ ਕਰ ਲੈ, ਤੈਨੂੰ ਲੱਗੇ ਹੀ ਨਾ ਕੋਈ। ਜਿਵੇਂ ਲੋਕ ਬੋਲੀ ਵਰਤਦੇ, ਆਪਾਂ ਦੇ ਕਥਾ ਦੇ ਵਿੱਚ ਉਦਾਹਰਨ ਵੀ ਉਹ ਦੇ ਨਹੀਂ ਸਕਦੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਵੇਖ ਕੇ। ਉਹ ਚੀਜ਼ ਨੂੰ ਮਹਾਰਾਜ ਕਹਿੰਦੇ ਸਹੀ ਕਰ ਲੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਬਖਾਨੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਕਹਿੰਦੇ ਕਿਸੇ ਨੂੰ ਵੱਡੀ ਹੈ ਤੇ ਮਾਂ ਸਮਾਨ ਸਮਝ ਲੈ ਵੀ ਜਿਹੋ ਜੀ ਮੇਰੀ ਮਾਂ ਉਹੋ ਜੀ ਇਹ, ਜੇ ਬਰਾਬਰ ਦੀ ਹੈ ਤਾਂ ਸਮਝ ਲੈ ਵੀ ਜਿੱਦਾਂ ਦੀ ਮੇਰੀ ਭੈਣ ਉੱਦਾਂ ਦੀ ਇਹ ਮੇਰੀ ਭੈਣ ਛੋਟੀ ਹੈ, ਵੀ ਜਿੱਦਾਂ ਦੀ ਮੇਰੀ ਧੀ ਸਾਡੇ ਘਰ 'ਚ ਸਾਡੇ ਪਰਿਵਾਰ ਸੰਬੰਧੀਆਂ 'ਚ ਉੱਦਾਂ ਦੀ ਇਹ ਧੀ ਹੈ। ਇਹ ਨਿਗਾਹ ਬਣਾ ਲੈ, ਅੱਖਾਂ ਨਹੀਂ ਬੰਦ ਕਰਨੀਆਂ, ਵੇਖੀ ਜਾ ਜਿਹਦੇ ਵੱਲ ਮਰਜ਼ੀ ਵੇਖ, ਤੈਨੂੰ ਕੋਈ ਮਨਾਹੀ ਨਹੀਂ ਹੈ, ਪਰ ਉਹਦੇ ਨਾਲ ਵੇਖ ਕੀ ਰਿਹਾ ਤੂੰ, ਇਹਦਾ ਫਰਕ ਪਾਉਣਾ ਹੈ। ਕਿਸੇ ਵੱਲ ਵੇਖ ਕੇ ਤੇਰੇ ਮਨ ਵਿੱਚ ਸਤਿਕਾਰ ਆਵੇ, ਨਾ ਕਿ ਵਕਾਰ ਆਵੇ। ਵਕਾਰ ਆਊਗਾ ਤੇ ਫੇਰ ਤੇਰੇ ਅੰਦਰ ਉਹਦਾ ਲੇਖਾ ਤਾਂ ਦੇਣਾ ਪਊਗਾ। ਗੰਦਗੀ ਹੈ ਨਾ, ਜਦੋਂ ਅੰਦਰ ਗੰਦਗੀ ਹੋਵੇ ਬਾਹਰ ਗੰਦਗੀ ਨਿਕਲਦੀ ਹੈ। ਜਿਵੇਂ ਟੈਂਕੀ ਆਪਾਂ ਰੱਖਦੇ ਪਾਣੀ ਵਾਲੀ, ਉਹਦੇ ਵਿੱਚ ਜਾਲਾ ਘੱਟਾ ਮਿੱਟੀ ਭਰ ਜਾਂਦਾ ਏ, ਥੱਲੇ ਟੂਟੀ ਖੋਲੋ ਪਾਣੀ ਦੇ ਵਿੱਚੋਂ, ਉਹਦੇ ਵਿੱਚੋਂ ਜਾਲਾ ਜਿਹਾ ਹੀ ਆਈ ਜਾਂਦਾ, ਗੰਦਗੀ ਹੀ ਆਈ ਜਾਂਦੀ। ਜਿੰਨਾ ਚਿਰ ਸਾਫ਼ ਨਹੀਂ ਕਰੋਗੇ ਉਹ ਨਹੀਂ ਹਟੂਗਾ। ਇਸੇ ਤਰ੍ਹਾਂ ਜਿੰਨਾ ਚਿਰ ਮਹਾਰਾਜ ਸਾਹਿਬ ਦਾ ਡਰ ਨਹੀਂ ਮੰਨੋਗੇ, ਅੰਦਰੋਂ ਗੰਦਗੀ ਆਉਣੀ ਨਹੀਂ ਹਟੇਗੀ। ਸਤਿਗੁਰੂ ਸਾਹਿਬ ਮਿਲ ਜਾਣ ਤਾਂ ਸੱਚ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਸੱਚਾ ਸੰਜਮ ਤੇ ਸੂਚਾ ਕੀ ਹੁੰਦਾ ਹੈ ਵੀ ਪਵਿੱਤਰ ਨੇਕ ਜੀਵਨ ਪ੍ਰਾਪਤ ਹੁੰਦਾ ਹੈ। ਗੁਰ ਕੀ ਪੌੜੀ ਊਚੋ ਊਚਾ, ਜਿਹੜਾ ਗੁਰਾਂ ਦੀ ਪੌੜੀ ਤੇ ਚੜ ਗਿਆ ਉਹ ਉੱਚੇ ਤੋਂ ਉੱਚਾ ਚੜ ਜਾਂਦਾ। ਪੌੜੀਆਂ ਥਾਣੀ ਤਾਂ ਨੂੰ ਚੜਦੇ ਆ ਨਾ। ਮਹਾਰਾਜ ਸਾਹਿਬ ਕਹਿੰਦੇ ਗੁਰੂ ਸਾਹਿਬ ਦੁਆਰਾ ਬਖਸ਼ੀ ਪਰਮੇਸ਼ਰ ਦੀ ਭਗਤੀ ਇਹ ਪੌੜੀ ਜੇ, ਇਹ ਪੌੜੀ ਤੇ ਚੜ ਜਿਓ। ਇਹ ਪੌੜੀ ਤੇ ਜਿਹੜਾ ਚੜ ਗਿਆ ਉੱਚਿਆਂ ਤੋਂ ਉੱਚਾ। ਉੱਚਾ ਕਈ ਕਹਿੰਦੇ ਨੇ ਵੀ ਸ਼ਿਵ ਜੀ ਬੜਾ ਉੱਚਾ ਹੈ, ਉਹ ਸ਼ਿਵ ਜੀ ਨੂੰ ਧਿਆਉਂਦੇ। ਕਈ ਕਹਿੰਦੇ ਵੀ ਵਿਸ਼ਨੂੰ ਬੜਾ ਉੱਚਾ ਹੈ, ਕੋਈ ਕਹਿੰਦਾ ਵੀ ਬ੍ਰਹਮਾ ਉੱਚਾ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਉੱਚੇ ਨੇ ਨਾ, ਉਹਨਾਂ ਸਾਰਿਆਂ ਨਾਲੋਂ ਉੱਚਾ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ, ਜਿਹੜਾ ਗੁਰੂ ਸਾਹਿਬ ਦੀ ਬਖਸ਼ੀ ਭਗਤੀ ਰੂਪੀ ਪੌੜੀ ਤੇ ਚੜ ਜਾਵੇ। ਭਾਵ ਜਿਹੜਾ ਸਿੱਖ ਬੰਦਗੀ ਕਰਦਾ ਉਹ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਏ। ਕਰਮ ਮਿਲੈ ਜਾਮ ਕਾ ਭਾਉ ਮੂਚਾ, ਕਰਮ ਹੋਣ ਤਾਂ ਗੁਰੂ ਸਾਹਿਬ ਮਿਲਦੇ ਨੇ, ਫਿਰ ਜਮਾਂ ਦਾ ਭੈ ਮੂਚਾ ਕੱਟਿਆ ਜਾਂਦਾ। ਉਹਦਾ ਮੂਚਾ ਕਹਿੰਦੇ ਨੇ ਬਹੁਤੇ ਨੂੰ, ਪਰ ਇੱਥੇ ਅਰਥ ਹੈ ਕੱਟਣਾ। ਕਹਿੰਦੇ ਵੀ ਉਹਨਾਂ ਦਾ ਜਮਾਂ ਦਾ ਭੈ ਕੱਟਿਆ ਜਾਂਦਾ ਹੈ। ਜਾਂ ਕਰਮ ਮਿਲੈ, ਗੁਰੂ ਸਾਹਿਬ ਦੀ ਜਦੋਂ ਕਰਮ ਬਖਸ਼ੀ ਹੋਵੇ ਤਾਂ ਵਾਹਿਗੁਰੂ ਮਿਲ ਪੈਂਦਾ। ਜਿਹਨੂੰ ਵਾਹਿਗੁਰੂ ਮਿਲ ਗਿਆ ਉਹਦਾ ਜਮਾਂ ਦਾ ਭੈ ਕੱਟਿਆ ਗਿਆ। ਪਤਾ ਹੈ ਵੀ ਹੁਣ ਮਹਾਰਾਜ ਸਾਹਿਬ ਦੇ ਹੁੰਦਿਆਂ ਕਿਹੜਾ ਜਮ ਕੋਈ ਸਾਨੂੰ ਤੰਗ ਕਰ ਸਕਦਾ ਏ। ਗੁਰ ਮਿਲਿਆ ਮਿਲ ਅੰਕ ਸਮਾਇਆ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਤਾਂ ਗੁਰੂ ਸਾਹਿਬ ਜੀ ਦੇ ਨਾਲ ਮਿਲਿਆ ਹੈ, ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਆਇਆ ਹੈ, ਗੁਰਾਂ ਨੂੰ ਮਿਲਣੇ ਵਾਲਾ ਜਿਹੜਾ ਹੈ ਨਾ, ਉਹਨੂੰ ਕੀ ਹੋਇਆ ਅੱਗੇ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਮਿਲ ਗਏ। ਜਿਹਨੂੰ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਮਿਲ ਗਏ ਉਹ ਅੰਕ ਨਾਮ ਹੈ, ਉੱਦਾਂ ਗੋਦ ਨੂੰ ਕਹਿੰਦੇ ਨੇ। ਇੱਥੇ ਭਾਵ ਹੈ ਸਰੂਪ ਦਾ, ਉਹ ਵਾਹਿਗੁਰੂ ਦੇ ਅੰਕ ਸਰੂਪ ਦੇ ਵਿੱਚ ਸਮਾ ਗਿਆ ਹੈ। ਜਿਨ੍ਹਾਂ ਨੂੰ ਗੁਰੂ ਸਾਹਿਬ ਮਿਲੇ ਨੇ, ਗੁਰਾਂ ਦੇ ਪਾਸੋਂ ਸ਼ੁਭ ਗੁਣ ਮਿਲੇ ਨੇ, ਉਹ ਮਾਲਕ ਦੀ ਗੋਦ ਵਿੱਚ ਬੈਠ ਗਿਆ ਜਾ ਕੇ, ਉਹ ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾ ਗਿਆ ਹੈ। ਕਰ ਕਿਰਪਾ ਘਰ ਮਹਿਲ ਦਿਖਾਇਆ, ਮਹਾਰਾਜ ਨੇ ਕਿਰਪਾ ਕਰਤੀ ਉਹਨਾਂ ਤੇ, ਜਿਹੜੇ ਬਾਣੀ ਪੜ੍ਹਨ ਲੱਗ ਪਏ, ਨਾਮ ਜਪਣ ਲੱਗ ਪਏ, ਉਹਨਾਂ ਦੇ ਕਿਰਪਾ ਕਰਕੇ ਉਹਨਾਂ ਨੂੰ ਕਰ ਕਿਰਪਾ ਘਰ ਮਹਿਲ ਦਿਖਾਇਆ। ਉਹਨਾਂ ਨੂੰ ਸਰੀਰ ਰੂਪੀ ਘਰ ਦੇ ਵਿੱਚ ਹੀ ਵਾਹਿਗੁਰੂ ਦਾ ਜਿਹੜਾ ਮਹੱਲ ਹੈ ਨਾ, ਟਿਕਾਣਾ ਰਹਿائش ਹੈ ਜਿਹੜੀ, ਜਿੱਥੇ ਪੱਕਾ ਪਰਮੇਸ਼ਰ ਰਹਿੰਦਾ, ਉਹ ਵਿਖਾਤਾ। ਕਹਿੰਦੇ ਆ ਵੇ ਵਾਹਿਗੁਰੂ ਇੱਥੇ ਰਹਿੰਦਾ, ਤੂੰ ਕਿਧਰ ਲੱਭਦਾ ਫਿਰਦਾ। ਕਿਸੇ ਘਰੇ ਹੀ ਜਾਣਾ ਹੋਵੇ ਨਾ ਸਾਧ ਸੰਗਤ, ਉਹ ਘਰ ਨਹੀਂ ਲੱਭਦਾ ਬੰਦਾ, ਕਈਆਂ ਨੂੰ ਪੁੱਛਦਾ, ਲੱਭਦਿਆਂ ਕਈ ਵਾਰ ਔਖਾ ਹੋ ਜਾਂਦਾ। ਕਹਿੰਦੇ ਵੀ ਕਿੱਥੇ ਹੈ ਘਰ। ਅੱਜ ਕੱਲ੍ਹ ਫੋਨ ਦਾ ਸਾਧਨ ਹੈ ਨਾ, ਉਹ ਨਾਲ ਫੋਨ ਵੀ ਚੱਲਦੇ ਆ। ਉਹ ਕਹਿੰਦਾ ਇੱਥੇ ਕਿ ਚਲੇ ਜਾ, ਉਹ ਕਹਿੰਦਾ ਮੈਂ ਤਾਂ ਸਾਰਾ ਪਿੰਡ ਗਾਹ ਮਾਰਿਆ, ਮੈਨੂੰ ਤਾਂ ਨਹੀਂ ਲੱਭਿਆ ਘਰ।
ਉਹ ਕਰਦਿਆਂ ਜਦੋਂ ਸਹੀ ਜਾਣਕਾਰੀ ਮਿਲ ਜੇ ਫੇਰ ਖੁਸ਼ ਹੋ ਜਾਂਦਾ, ਕਹਿੰਦਾ ਹੁਣ ਟਿਕਾਣੇ ਆ ਗਏ ਜਿੱਥੇ ਜਾਣਾ ਸੀ। ਐਦਾਂ ਹੀ ਆ, ਟਿਕਾਣਾ ਖੁੰਝ ਗਏ ਆ ਆਪਾਂ। ਉਹ ਜਿਹੜਾ ਅਸਲੀ ਘਰ ਸੀ ਉਹ ਅਸੀਂ ਆਪਣਾ ਘਰ ਦਾ ਐਡਰੈਸ ਭੁੱਲ ਗਏ, ਆਪਣੇ ਘਰ ਦਾ ਪਤਾ ਭੁੱਲਿਆ ਸਾਨੂੰ। ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਨਿੱਜ ਘਰ ਮਹਿਲ, ਉਹ ਸਾਡਾ ਆਪਣਾ ਨਿੱਜੀ ਘਰ ਹੈ, ਸਵੈ ਸਰੂਪ ਰੂਪੀ ਮਹੱਲ ਹੈ, ਉਹਦਾ ਪਤਾ ਭੁੱਲ ਗਏ, ਐਡਰੈਸ ਭੁੱਲ ਗਏ ਆ। ਹੁਣ ਗੁਰੂ ਤੋਂ ਬਗੈਰ ਨਹੀਂ ਕੋਈ ਦੱਸ ਸਕਦਾ, ਗੁਰੂ ਪਾਤਸ਼ਾਹੀ ਉਹ ਪਤਾ ਦੱਸ ਸਕਦੇ ਨੇ। ਤੇ ਸਾਹਿਬ ਜੀ ਕਹਿੰਦੇ ਵੀ ਕਰ ਕਿਰਪਾ ਘਰ ਮਹਿਲ ਦਿਖਾਇਆ, ਜਿਨ੍ਹਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਹਿਰਦੇ ਰੂਪੀ ਘਰ ਵਿੱਚ, ਸਰੀਰ ਰੂਪੀ ਘਰ ਦੇ ਵਿੱਚ ਹੀ ਉਹ ਮਹੱਲ, ਉਹ ਟਿਕਾਣਾ ਵਿਖਾ ਦਿੱਤਾ, ਜਿਹਨੂੰ ਸਾਹਿਬ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ, ਉਸ ਸ਼ਹਿਰ ਦੇ ਵਾਸੀ ਹੋ ਗਏ ਨੇ। ਨਾਨਕ ਹਉਮੈ ਮਾਰ ਮਿਲਾਇਆ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਵੀ ਹਉਮੈ ਬੜੀ ਵੱਡੀ ਰੁਕਾਵਟ ਹੈ। ਹਉਮੈ ਜਿਹੜੀ ਹੈ ਨਾ, ਇਹ ਰੁਕਾਵਟ ਹੈ ਵਿਚਕਾਰ, ਇਹ ਪਰਦਾ ਜਿਹਾ ਹੈ। ਇਹ ਹਉਮੈ ਮਾਰੀ ਪਹਿਲਾਂ ਸਤਿਗੁਰੂ ਸਾਹਿਬ ਨੇ, ਤੇ ਹਉਮੈ ਮਾਰ ਕਰਕੇ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਹੈ। ਹਉਮੈ ਵਾਹਿਗੁਰੂ ਨਾਲ ਮੇਲ ਨਹੀਂ ਹੋਣ ਦਿੰਦੀ। ਹਉ ਤੇ ਮੈਂ, ਦੋ ਲਫ਼ਜ਼ਾਂ ਦਾ ਮੇਲ, ਹੰਗਤਾ ਤੇ ਮਮਤਾ। ਜਿਹਨੂੰ ਹੋਰ ਸੌਖਾ ਸਮਝਣਾ ਹੋਵੇ, ਮੈਂ ਅਤੇ ਮੇਰੀ, ਇਹ ਦੋ ਗੱਲਾਂ ਹੀ ਹੈ ਨਾ ਸਾਡੇ ਜੀਵਨ 'ਚ। ਮੈਂ ਆਹ ਕਰ ਦੂੰ ਜਾਂ ਮੈਂ ਆਹ ਕੀਤਾ, ਆਹ ਚੀਜ਼ ਮੇਰੀ, ਇਹਨਾਂ ਚੀਜ਼ਾਂ 'ਚ ਫਸੇ ਹੈ ਆਪਾਂ। ਪਾਤਸ਼ਾਹ ਜੀ ਕਹਿੰਦੇ ਵੀ ਇਹ ਹਉਮੈ ਜੀ ਵਿੱਚੋਂ ਮਾਰਨੀ ਹੈ। ਇਹ ਗੁਰੂ ਸਾਹਿਬ ਹੀ ਮਾਰ ਸਕਦੇ ਨੇ, ਗੁਰੂ ਮਾਰ ਦਿੰਦੇ ਨੇ ਜਿਨ੍ਹਾਂ ਦੇ ਅੰਦਰੋਂ ਹਉਮੈ। ਉਹਨਾਂ ਦੀ ਹਉਮੈ ਹੰਗਤਾ ਨੂੰ, ਮਮਤਾ ਨੂੰ ਮਾਰ ਕੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਆਪਣੇ ਵਿੱਚ ਅਭੇਦ ਕਰ ਲਿਆ ਹੈ। ਕਿਉਂਕਿ ਹਉਮੈ ਜਿਹੜੀ ਹੈ ਵਾਹਿਗੁਰੂ ਨਾਲ ਮੇਲ ਨਹੀਂ ਹੋਣ ਦਿੰਦੀ। ਹਉਮੈ ਜਿੰਨਾ ਚਿਰ ਬੰਦੇ ਅੰਦਰ ਹੈ ਵਿੱਚ ਬਣੀ ਰਹਿੰਦੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਗੰਮੀ ਉਪਦੇਸ਼ ਦਿੱਤਾ ਹੈ। ਜਿੰਨੀ ਮਹਾਰਾਜ ਨੇ ਮੱਤ ਬਖਸ਼ੀ, ਕੋਸ਼ਿਸ਼ ਦੇ ਨਾਲ ਆਪਾਂ ਸਮਝਣ ਦਾ ਯਤਨ ਕੀਤਾ ਏ। ਪਰ ਸਤਿਗੁਰੂ ਸਾਹਿਬ ਦੀ ਬਾਣੀ ਨੂੰ ਜੇ ਕੋਈ ਆਖੇ ਮੈਂ ਸਮਝ ਲਿਆ, ਜਿਵੇਂ ਮੂਰਖ ਦਾਵਾ ਕਰਦੇ ਨੇ ਕਈ ਵੀ ਆਹ ਗੱਲ ਹੀ ਹੋ ਸਕਦੀ ਆ, ਉਹ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸ਼ੰਕ। ਸਤਿਗੁਰੂ ਮਹਾਰਾਜ ਆਪ ਹੀ ਬਖਸ਼ ਲੈਣ, ਆਪ ਹੀ ਦਇਆ ਕਰਨ, ਰਹਿਮਤ ਕਰਨ, ਸਤਿਬੁੱਧੀ ਬਖਸ਼ਣ। ਸਾਨੂੰ ਵੀ ਅਕਲ ਆਵੇ ਵੀ ਗੁਰੂ ਦੀ ਭੈ ਭਾਵਨੀ 'ਚ ਹਰ ਜਸ ਕਰੀਏ। ਕੁਝ ਉਹਨਾਂ ਲੋਕਾਂ ਨੂੰ ਵੀ ਅਕਲ ਆਵੇ ਜਿਹੜੇ ਬਸ ਖੋਟ ਲੱਭਦੇ ਫਿਰਦੇ ਹਨ ਵੀ ਅਸੀਂ ਜੀਵਨ ਦਾ ਲਾਹਾ ਲੈ ਲਈਏ, ਜੀਵਨ ਨੂੰ ਸਫਲ ਬਣਾ ਲਈਏ। ਸਤਿਗੁਰੂ ਦੀ ਪਵਿੱਤਰ ਗੁਰਬਾਣੀ ਸਾਡੇ ਹਿਰਦੇ 'ਚ ਵਸੇ ਤਾਂ ਕਿ ਇਹ ਲੋਕ ਸੁਖੀਏ, ਪਰਲੋਕ ਸਹੇਲੇ ਹੋ ਜਾਵੇ, ਸਾਡਾ ਇਹ ਜਨਮ ਵੀ ਸਫਲ ਹੋਵੇ, ਜ਼ਿੰਦਗੀ ਦਾ ਆਨੰਦ ਵੀ ਪ੍ਰਾਪਤ ਹੋਵੇ, ਤੇ ਜੰਮਣ ਮਰਨ ਤੋਂ ਰਹਿਤ ਵੀ ਹੋਈਏ। ਦੁੱਖ ਵੀ ਕੱਟੇ ਜਾਣ, ਚਿੰਤਾ ਵੀ ਕੱਟੀ ਜਾਵੇ। ਬਾਣੀ ਸਭ ਕੁਝ ਕੱਟ ਦਿੰਦੀ ਜੇ ਸਤਿਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾ ਲਈਏ। ਗੁਰ ਮਿਲਿਆ ਮੇਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ। ਨਾਨਕ ਹਉਮੈ ਮਾਰ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ